ਤਾਣਿਆ ਜੁਗ ਜੂਥ ਸਮਾਣੇ ਅਨਪੋ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੋ ਰਸ ਜਾਣੇ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਵਡਿਆਈ ਵਿੱਚ ਕੁਝ ਕਵਾਂ ਜੋ ਸਾਲਾਨਾ ਹਰ ਸਾਲ ਇੱਕ ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਵਿੱਚ ਸਮਾਗਮ ਹੁੰਦੇ ਨੇ ਅਤੇ ਹਰ ਸਮਾਗਮ ਵਿੱਚ ਬੁਲਾਰੇ ਨੂੰ ਇੱਕ ਸਵਈਆ ਦਿੱਤਾ ਜਾਂਦਾ ਹੈ ਕਿ ਉਹਦੇ ਮੁੱਖ ਵਿਚਾਰ ਨੂੰ ਲੈ ਕਰਕੇ ਉਹ ਆਪਣੀ ਵਿਆਖਿਆ ਰੱਖਣ। ਮੈਂ ਉਸ ਨਿਯਮ ਦੀ ਪਾਲਣਾ ਕਰਦਾ ਹੋਇਆ ਉਹ ਸਵਈਏ 'ਤੇ ਪਹਿਲਾਂ ਅਰਥ ਕਰਾਂਗਾ ਅਤੇ ਮੁੜ ਕੇ ਉਹਦੇ ਤੋਂ ਬਾਅਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਜੀਵਨ ਵਿੱਚ ਕੁਝ ਕਹਿਣ ਦਾ ਯਤਨ ਕਰਾਂਗਾ ਅਤੇ ਨਾਲ ਹੀ ਮੈਂ ਸੰਗਤਾਂ ਨੂੰ ਬੇਨਤੀ ਕਰਦਿਆਂ ਕੋਈ ਵੀ ਗੁਰਮੁਖ ਪਿਆਰਾ ਕੀਰਤਨ ਕਰਦਾ ਕਥਾ ਕਰਦਾ ਹੈ ਉਹ ਸਮਾਪਤੀ ਤੋਂ ਬਾਅਦ ਕਹਿੰਦਾ ਵੀ ਮੈਥੋਂ ਕੁਝ ਵੱਧ ਕੱਟ ਕੇ ਆ ਗਿਆ ਵੇ ਅਤੇ ਗੁਰੂ ਕੀ ਸੰਗਤ ਮੈਨੂੰ ਮਾਫ਼ ਕਰੇ। ਮੈਨੂੰ ਤੁਸਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਇਸ ਸੰਬੰਧ ਵਿੱਚ ਹੁਕਮ ਕੀਤਾ ਹੈ ਲੇਕਿਨ ਗੁਰੂ ਰਾਮਦਾਸ ਦੀ ਵਡਿਆਈ ਮੁੱਕਣ ਵਾਲੀ ਨਹੀਂ। ਮੈਂ ਜਜ਼ਬਾਤੀ ਤੌਰ 'ਤੇ ਨਹੀਂ ਬੋਲਿਆ, ਗੁੱਸੇ 'ਚ ਨਹੀਂ, ਮਨ ਕਾਹਲੇ 'ਚ ਨਹੀਂ, ਕਿਉਂਕਿ ਆਪ ਪਰ ਜਾਨਾ ਪੜ੍ਹਦੇ ਹਾਂ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਵੱਡੇ ਦੀ ਵਡਿਆਈ ਨੂੰ ਅਸੀਂ ਕਹਿ ਨਹੀਂ ਸਕਦੇ ਪਰ ਆਪਣੇ ਆਪ ਨੂੰ ਸਫਲਾ ਕਰ ਸਕਦੇ ਹਾਂ। ਤੋ ਨਿਯਮ ਦੇ ਮੁਤਾਬਕ ਮੈਂ ਇਸ ਸਵਈਏ ਦੇ ਆਖਰੀ ਅਰਥ ਕਰਾਂ। ਉਹਦੇ ਤੋਂ ਬਾਅਦ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਸਿਰ 'ਤੇ ਹੱਥ ਰੱਖਣਗੇ ਉਹਦੇ ਮੁਤਾਬਕ ਕੁਝ ਕਹਿਣ ਦਾ ਯਤਨ ਕਰਾਂਗਾ। ਆਹ ਜਿਹੜਾ ਫੋਨ ਮੈਂ ਮੰਜੀ ਸਾਹਿਬ ਬੋਲਿਆ ਇਹਦਾ ਨਾਮ ਕਲਯੁਗ ਰੱਖਿਆ, ਕਲਯੁਗ ਆਪਣੀ ਭਾਸ਼ਾ ਮੁਤਾਬਕ। ਇਹ ਸਾਰਾ ਦਿਨ ਅੱਗ ਲੱਗਣਾ ਬੰਦ ਰਹੇ ਲੇਕਿਨ ਜਦੋਂ ਕੀਰਤਨ ਅਤੇ ਕਥਾ ਕਰਾਂਗੇ ਉਦੋਂ ਇਹਨੇ ਬੋਲਣਾ ਹੀ ਬੋਲਣਾ। ਅਤੇ ਕਲਯੁਗ ਦਾ ਭਾਵ ਹੁੰਦਾ ਜਿਹੜਾ ਸਾਨੂੰ ਕਲਪਨਾ ਨਾਲ ਜੋੜੇ। ਕਲਯੁਗ ਦੇ ਅਰਥ ਨੇ ਕਲਪਨਾ ਕਲੇਸ਼, ਯੁੱਗ ਦਾ ਅਰਥ ਹੈ ਜੋੜਨਾ। ਜਿਹੜਾ ਕਲਪਨਾ ਦੇ ਕਲੇਸ਼ ਨਾਲ ਜੋੜੇ ਉਹਨੂੰ ਕਹਿੰਦੇ ਕਲਯੁਗ। ਅਤੇ ਇਹ ਹੈ ਹੀ ਇਸੇ ਕੰਮ ਲਈ। ਇਹ ਮੇਰੀ ਆਪਣੀ ਖੋਜ ਹੈ ਵੀ ਮੋਬਾਈਲ ਦਾ ਨਾਂ ਰੱਖਿਆ ਕਲਯੁਗ। ਇਹਨੂੰ ਕਹਿੰਦੇ ਆ ਕਲਯੁਗ ਦਾ ਸਰਗੁਣ ਸਰੂਪ, ਕਲਯੁਗ ਦਾ ਰੋਹ ਵਿਚਾਰ। ਸਵਈਏ ਬਾਰੇ ਮੈਨੂੰ ਹੁਕਮ ਹੋਇਆ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਰਿਓ, ਨਿਸ ਬਾਸਰ ਏਕ ਸਮਾਨ ਧਿਆਨ ਸੋ ਨਾਮ ਸੋਨੇ ਸੁਤ ਭਾਨ ਡਰਿਓ, ਪਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਇਹਦੇ ਆਖਰੀ ਅਰਥ ਇਹ ਨੇ ਕਿ ਸਮਰੱਥ ਗੁਰੂ ਅਮਰਦਾਸ ਪਾਤਸ਼ਾਹ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਸੀਸ 'ਤੇ ਹੱਥ ਰੱਖਿਆ। ਹੱਥ ਆਪ ਰੋਜ਼ ਹੀ ਰਖਾਉਂਦੇ ਆ ਲੇਕਿਨ ਗੁਰੂ ਦੇ ਹੱਥ ਦਾ ਅਤੇ ਸਾਡੇ ਹੱਥਾਂ ਦਾ ਕੀ ਫਰਕ ਹੈ। ਗੁਰ ਕੀਨੀ ਕਿਰਪਾ
हर नाम दियो। धन गुरु अमरदास पातशाह ने कृपा करके धन गुरु रामदास पातशाह नूं नाम की दात बख्शी। नाम की व्याख्या दुनिया के किन्ने बुलारे आ जाण मुका नहीं सकते। इनू सादी भाषा में मैं अपने चाचे को यह अर्थ पढ़िया है, ना आम। नाम का भाव के ये आम नहीं, एक खास चीज़ है जिहड़ा मनुख का जम्मण ते मरण कर देंदा है। जिस देख चरन अगन रियो, अगन का पावन का पाप, जिन्हां दे चरनां नूं वेखण दे नाल मनुख दे तमाम पाप कट्टे जाते हैं। तो फिर इत्थे बस नहीं, ये गुरु रामदास पातशाह इस पदवी ते पहुँचे किवें? निसबासर एक समान ध्यान सो नाम सुने सुत भान डरियो। आपां तां जदों कोई साडे लागे आउंदा ते आपां उदों उच्ची उच्ची बाणी पढ़दे हां, ते जदों कोई चला जाए तो मुड़ के आपां निंदिया कर लग पैंदे आ। ये साडा सुभाअ है। कहंदे कि धन गुरु रामदास पातशाह महाराज एक समान लगातार भावें दिन है भावें रात है, लेकिन उस परिपूर्ण परमात्मा वाले पासे नूं उन्हां दा ध्यान है। ध्यान किवें हुंदा है? इहदा गुरमुख एक तरीका है। जिन्हों मौत चेते है ना, वो कदे नाम नाल टुटेगा नहीं। मैं ग्रंथ च दृष्टांत पढ़िया, एक आम सधारण मुख ते एक राज का पुत एक महात्मा के कोल अध्यात्मक विद्या पढ़ते सन। समय के नाल नाल उन्हां दी विद्या मुकम्मल हो गई। जिहड़ा सधारण परिवार विचों बंदा सी ना, वो अपने आप नूं संत खाउण लग पिया, बाबा बन गया। जिहड़ा राजा सी उन्हें जो कुछ अपने गुरु कोलों सिੱਖਿਆ ਉਹਦੇ ते ਚੱਲਣ ਦਾ ਯਤਨ ਕੀਤਾ। ਸਾਡੇ 'ਚ बहुत ਵੱਡਾ ਵਹਿਮ है कि ਜਿਹਦੇ ਕੋਲ ਬਹੁਤੀ ਮਾਇਆ ਉਹ ਰੱਬ ਨੂੰ ਭੁੱਲ ਗਿਆ, ਤੇ ਜਿਹਦੇ ਕੋਲ ਥੋੜੀ ਹੈ ਉਹਨੂੰ ਸ਼ਾਇਦ ਰੱਬ ਚੇਤੇ ਹੈ। ਲੇਕਿਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਡਾ ਭੁਲੇਖਾ ਦੂਰ ਕੀਤਾ। ਆਪ ਪਰ ਜਾਣਾ ਨਿਤਨੇਮ ਕਰਦੇ ਧਿਆਨ ਕਰਿਆ ਜੇ। ਹਜ਼ੂਰ ਕਹਿੰਦੇ ਕਹੋ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਮੇਨ ਧੁਰਾ ਪ੍ਰਸਾਦੀ। ਆਪਾਂ ਪ੍ਰਸਾਦ ਸ਼ਬਦ ਆਮ ਬੋਲਦੇ ਹਾਂ। ਮੈਨੂੰ 40 ਸਾਲ ਹੋ ਗਏ ਨੇ ਮੰਜੀ ਸਾਹਿਬ ਕਥਾ ਕਰਦਿਆਂ ਨੂੰ, ਕੱਚੇ ਤੌਰ 'ਤੇ ਪੱਕੇ 'ਤੇ ਮੈਂ ਸਾਸੀ ਲੱਗਾ। मैं सारी बाणी चो अज तक जो समझा वो है गुरु प्रसाद। वो किवें? मैं एक बजुर्ग मुसलमान कोलों शेर सुनिया, मैं मंजी साहब भी जिक्र किया सी। रब्बा तू ना करें ते करे केड़ा, मेरियां सब जरूरतां नूं पूरियां नूं लोकी तकदे मेरे गनाह वाले, मैं तकदा रहमतां तेरियां नूं। इनू रहमत कहा जाता है, इनू अंग्रेजी में ग्रेस कहा जाता है, इनू संस्कृत अनुकंपा कहा जाता है, इनू अरबी फजल कहा जाता है। चीज़ एक है फजल, अनुकंपा, ग्रेस ते गुर प्रसाद। जिन्ना चिर उहदी कृपा ना होवे बात नहीं जमण दी। साडे महकमे दा इक बंदा, उन्होंने 4 अखर आ गए थे, वो हंकार में भरिया पे मेरे बराबर कोई होर विद्वान ही है नहीं। 4 अखर सीख ले उन्हें, वो अंदर एक वहम बह गया कि मेरे नाल तां विद्वान ही कोई नहीं। और वो माते इन्ना पढ़ता पिया पे उन्हें धन गुरु हरकृष्ण सच्चे पातशाह के बारे भी शंका कर दिता। जदों 8वें पातशाह दिल्ली नूं गए ने ना, मैं एक तकरीबन रोजाना बोलदा, तुसीं सारे जने अपने अंदर झाती मारनी। 2 चीज़ां बड़ियां भयानक ने जिहड़ियां 8वें पर साडा साथ नहीं छड्डदियां। किहड़ियां? एक हंकार, दूजी ईरखा। ये 2 बड़े प्रबल लोग ने जिन्हां दे गुरु कृपा करे बच सकदा है, नहीं तो ईरखा ते हंकार तो बचना बहुत औखा है। एक सिख
ਉਹ 8ਵੇਂ ਪਾਤਸ਼ਾਹ ਦੇ ਚਰਨ ਪਰਸਨ ਜਾ ਰਿਹਾ ਹੈ। ਉਸ ਰਖਾਲੂ ਵਿਦਵਾਨ ਪੰਡਤ ਨੇ ਆਖਿਆ, ਭਾਈ ਕਿਹੜੇ ਪਾਸੇ ਚੱਲਿਆ? ਕਹਿਣ ਲੱਗਾ, ਜੀ 8ਵੇਂ ਪਾਤਸ਼ਾਹ ਮਹਾਰਾਜ ਆਏ ਨੇ ਸ੍ਰੀ ਹਰਿਗੋਬਿੰਦ ਸਾਹਿਬ। ਤੇ ਪੰਡਤ ਦੇ ਅੰਦਰੋਂ ਈਰਖਾ ਜਾਗੀ। ਕਹਿਣ ਲੱਗਾ, ਨਾਂ ਤਾਂ ਰਖਾਇਆ ਡਬਲ ਰੱਬ, ਡਬਲ ਰੱਬ ਧਿਆਨ ਦਿਆ ਜੇ, ਹਰ ਦਾ ਨਾਮ ਵੀ ਰੱਬ ਹੈ ਤੇ ਕ੍ਰਿਸ਼ਨ ਦਾ ਨਾਮ ਵੀ ਰੱਬ ਹੈ। ਕਹਿਣ ਲੱਗਾ, ਨਾਂ ਤਾਂ ਡਬਲ ਰੱਬ ਰਖਾਇਆ ਤੇ ਪਤਾ ਨਹੀਂ ਗੀਤਾ ਦੇ ਅਰਥ ਜਾਣਦਾ ਕਿ ਨਹੀਂ। ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਗੁਰੂ ਦੀ ਨਿੰਦਿਆ ਨੂੰ ਸੁਣ ਨਹੀਂ ਸਕਦਾ। ਮੈਂ ਤਕਰੀਬਨ ਰੋਜ਼ਾਨਾ ਬੋਲਦਾ ਵੀ ਉਹਨਾਂ ਦੀ ਆਤਮਾ ਕਿੰਨੀ ਕੁ ਮਰੀ ਹੋਏਗੀ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਛੱਡ ਕੇ ਟਰੱਕਾਂ 'ਤੇ ਬਹਿ ਕੇ ਲੋਕਾਂ ਕੋਲ ਨਾਮ ਲੈਣ ਜਾਂਦੇ ਨੇ। ਨਾਮ ਲੈਣ ਤਾਂ ਹੀ ਗਏ ਨਾ ਵੀ ਜਿਹੜਾ ਗੁਰੂ ਪਾਤਸ਼ਾਹ ਦੇ ਘਰੋਂ ਨਾਮ ਮਿਲਦਾ ਛੋਟਾ ਹੈ, ਅਤੇ ਜੇ ਇਹ ਵੱਡਾ ਤਾਂ ਉੱਥੇ ਲੈਣ ਕੀ ਗਏ। ਇਹ ਸਾਡੀ ਬਦਕਿਸਮਤੀ ਹੈ ਕਿ ਸਾਡਾ ਗੁਰੂ 'ਤੇ ਵਿਸ਼ਵਾਸ ਕੱਚਾ ਹੈ। ਕਹਿਣ ਲੱਗੇ ਨਾਮ ਲੈਣ ਜਾਣੇ ਤੇ ਨਾਮ ਦੀ ਮਰਜ਼ਾਦਾ ਤਾਂ 5 ਪ੍ਰਵਾਨ, ਫਿਰ ਕਹਿੰਦੇ 10ਵੇਂ ਪਾਤਸ਼ਾਹ। ਨਹੀਂ ਨਹੀਂ, ਇਹ ਗੁਰੂ ਨਾਨਕ ਦੇ ਘਰ ਵਿੱਚ ਪਹਿਲੇ ਪਾਤਸ਼ਾਹ ਨੇ ਸਾਨੂੰ ਸਮਝਾਇਆ 5 ਪ੍ਰਵਾਨ, 5 ਪ੍ਰਧਾਨ, ਪੰਚਾਂ ਕਾ ਗੁਰ ਏਕ ਧਿਆਨ। ਗੁਰ ਦਾ ਅਰਥ ਹੈ ਮੈਥਡ, ਤਰੀਕਾ। 5 ਉਹ ਪ੍ਰਮਾਣਿਕ ਨੇ ਜਿਨ੍ਹਾਂ ਦਾ ਧਿਆਨ ਕੇਵਲ ਤੇ ਕੇਵਲ ਉਹ ਗੁਰੂ ਵਾਲੇ ਪਾਸੇ ਵੱਲ ਹੈ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾੜਾਂ ਪੜ੍ਹੀਏ, ਇੱਕ ਸਿੱਖ, 2 ਸਾਧ ਸੰਗ, 5 ਪਰਮੇਸ਼ਰ। ਭਾਈ ਗੁਰਦਾਸ ਜੀ ਦੀ ਵਾਰਾਂ, ਕੱਲਾ ਸਿੱਖ ਹੈ, 2 ਸਾਧ ਸੰਗਤ ਹੈ, ਅਤੇ ਜੇ 5 ਇਕੱਠੇ ਹੋ ਜਾਣ ਤੇ ਪਰਮੇਸ਼ਰ। ਪਰ 5 ਇਹ ਨਹੀਂ ਵੀ ਸਟਾ ਲਾਉਣ ਵਾਲੇ ਇਕੱਠੇ ਹੋ ਜਾਣ, 5 ਨਹੀਂ ਵੀ ਤਾਸ਼ ਖੇਡਣ ਵਾਲੇ ਇਕੱਠੇ ਹੋ ਜਾਣ। ਪੰਚਾਂ ਕਾ ਗੁਰ ਏਕ ਧਿਆਨ, ਜਿਨ੍ਹਾਂ ਦਾ ਧਿਆਨ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਵਾਲੇ ਪਾਸੇ ਵੱਲ, ਉਹ ਵੇ ਪ੍ਰਵਾਨ ਨੇ। 10ਵੇਂ ਪਾਤਸ਼ਾਹ ਦੇ ਬੰਚੇ ਨੇ, ਸਿੱਖ ਪੰਚਨ ਮੈਂ ਮੇਰੋ ਬਾਸਾ, ਪੰਚ ਮਿਲੇ ਸੇ ਪੀਰ ਨਪੀਰ। ਮੇਰਾ 5 ਸਿੱਖਾਂ 'ਚ ਬਾਸੜੇ 5 ਮਿਲਦੇ ਨੇ, ਇਹ ਸਮਝ ਲਿਆ ਵੀ ਇਹ ਪੀਰਾਂ ਦੇ ਪੀਰ ਨੇ। ਰੋ ਵਿਚਾਰ। ਸਿੱਖ ਗਿਆ, ਗੁਰੂ ਅੰਦਰ ਦੀ ਜਾਣਨ ਵਾਲਾ ਹੈ, ਅਤੇ ਸਤਿਗੁਰੂ ਪਾਤਸ਼ਾਹ ਨੂੰ ਪ੍ਰੇਮੀ ਨੂੰ ਪੁੱਛ ਲਿਆ ਵੀ ਗੁਰਮੁਖਾ ਤੈਨੂੰ ਪੰਡਤ ਕੀ ਕਹਿੰਦਾ ਸੀ? ਆਪ ਪੜ੍ਹਦੇ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਿੱਖ ਦਾ ਮਨ ਭਰਿਆ। ਕਹਿਣ ਲੱਗਾ, ਮੈਂ ਪਾਤਸ਼ਾਹ ਕੀ ਦੱਸਾਂ। ਉਹਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਘਰ 'ਤੇ ਸ਼ੰਕਾ ਕੀਤਾ ਅਤੇ ਕਹਿੰਦਾ ਹੈ ਵੀ ਨਾ ਤਾਂ ਇਹਨਾਂ ਰਖਾਰਿਆ ਸ੍ਰੀ ਹਰਿਕ੍ਰਿਸ਼ਨ ਸਾਹਿਬ, ਅਤੇ ਪਤਾ ਨਹੀਂ ਗੀਤਾ ਦੇ ਸ਼ਲੋਕ ਦੇ ਅਰਥ ਆਉਂਦੇ ਕਿ ਨਹੀਂ ਆਉਂਦੇ। ਕਹਿਣ ਲੱਗੇ, ਪ੍ਰੇਮੀਆਂ, ਉਸ ਪੰਡਤ ਨੂੰ ਵੀ ਬੁਲਾ ਲਿਆ, ਅਤੇ ਜੇ ਮੈਂ ਅਰਥ ਕੀਤੇ ਤਾਂ ਹੋ ਸਕਦਾ ਉਹਨਾਂ ਨੇ ਕਹਿਣਾ ਵੀ ਉੱਚੀ ਕੁਲ ਵਿੱਚ ਹੋਣ ਕਰਕੇ ਨਾ ਕਦੋਂ ਅਰਥ ਪੜ੍ਹੇ ਹੋਣਗੇ ਛੋਟੀ ਉਮਰ 'ਚ। ਜਿਹੜਾ ਤੇਰੀ ਨਿਗਾਹ ਵਿੱਚ ਬੜਾ ਭੋਲਾ ਭਾਲਾ ਇਹਨੂੰ ਲਾਇਆ, ਕੀ ਵੇਖਿਆ? ਜਦੋਂ ਕਰਮ ਜਾਗਦੇ ਨੇ ਗੁਰਮੁਖ ਉਦੋਂ ਬਹਾਨਾ ਬਣਦਾ ਹੈ। ਮੈਂ ਵਾਰ-ਵਾਰ ਰਿਪੀਟ ਕਰ ਰਿਹਾ, ਬਾਤ ਮਿਹਨਤ ਨਾਲ ਨਹੀਂ, ਬਾਤ ਰਹਿਮਤਾਂ ਨਾਲ। ਪਤਾ ਨਹੀਂ ਉਹ ਰਹਿਮਤ ਕਦੋਂ ਤੇ ਕਿੱਥੇ ਹੋ ਜਾਏ। ਇੱਕ ਖੂਹ ਦੇ ਉੱਪਰ ਮੇਰੇ ਵਰਗਾ ਬੰਦਾ, ਮੈਂ ਮੇਰੇ ਵਰਗਾ ਬੰਦਾ ਤਾਂ ਕਿਹਾ ਕਿ ਮੇਰੀ ਜ਼ਬਾਨ ਵੀ ਅੜਦੀ ਜੇ, ਆ ਮੈਂ ਥੱਲੇ ਉਤਰਨਾ ਨਾ, ਤੁਸੀਂ ਗੱਲ ਕਰਿਆ ਜੇ, ਅਤੇ ਮੈਥੋਂ ਗੱਲ ਨਹੀਂ ਜੀ ਹੁੰਦੀ। ਜਦੋਂ ਮੈਂ ਗੁਰੂ ਕਥਾ ਕਰਦਾ ਤਾਂ ਉਹ ਜ਼ਬਾਨ ਕੰਮ ਕਰਨ ਲੱਗ ਪੈਂਦੀ ਹੈ। ਜਿਹੜੇ ਮੇਰੇ ਬਾਗਬਾਨ ਮੈਨੂੰ ਜਾਣਦੇ ਨੇ ਵੀ ਮੈਂ ਗੱਲਾਂ ਕਰਦਾ ਨਾ ਕਿਸੇ ਨਾਲ, ਅਤੇ ਹਾਂਜੀ ਹਾਂਜੀ ਕਈ ਜਨ ਮੁੜ ਕਹਿੰਦੇ ਪਤਾ ਨਹੀਂ ਗਿਆਨੀ ਜੀ ਕੀ ਕਹਿ ਗਏ। ਪਰ ਜਦੋਂ ਗੁਰੂ ਦੀ ਕਥਾ ਕਰਦਾ, ਉਹ ਗੁਰੂ ਮੇਰੇ ਪਾਤਸ਼ਾਹ 'ਤੇ ਸਿਰ 'ਤੇ ਹੱਥ ਰੱਖ ਕੇ ਤੇ ਕਥਾ ਕਰਾ ਲੈਂਦਾ। ਛੱਜੂ ਨਾਮ ਦਾ ਝੋਰ, ਉਹਦੀ ਜ਼ਬਾਨ ਵੀ ਗੁੰਗਾ ਕਰਕੇ ਲਿਖਿਆ, ਕੰਨਾਂ ਤੋਂ ਬੋਲਾ, ਰੁਲਿਆ ਪੁਲਿਆ ਜਿਹਾ ਬੰਦਾ। ਆਵਾਜ਼ ਮਾਰੀ, ਮਿੱਤਰਾ ਤੈਨੂੰ ਸਤਿਗੁਰੂ ਪਾਤਸ਼ਾਹ ਯਾਦ ਕਰਦੇ ਨੇ। ਅਤੇ ਜਿਹਨੂੰ ਸਤਿਗੁਰੂ ਪਾਤਸ਼ਾਹ ਯਾਦ ਕਰਨ 'ਤੇ ਕਰਮ ਤਾਂ ਜਾਗ ਪਿਆ। ਕਹਿਣ ਲੱਗੇ, ਪੰਡਤਾ ਲਿਆ ਤੂੰ ਆਪਣਾ ਸ਼ਲੋਕ ਪੜ੍ਹ। ਗੁੰਗੇ ਵੱਲ ਨਿਗਾਹ ਕੀਤੀ, ਕਈ ਥਾਵਾਂ 'ਤੇ ਲਿਖਿਆ ਵੀ ਸਤਿਗੁਰੂ ਪਾਤਸ਼ਾਹ ਨੇ ਉਹਦੇ ਸਿਰ 'ਤੇ ਛਟੀ ਰੱਖੀ, ਸੋਟੀ ਰੱਖੀ, ਅਤੇ ਕਈ ਥਾਵਾਂ 'ਤੇ ਲਿਖਿਆ ਵੀ ਸਤਿਗੁਰੂ ਪਾਤਸ਼ਾਹ ਨੇ ਨਿਗਾਹ ਕੀਤੀ। ਕਿਉਂਕਿ ਬਾਣੀ ਵਿੱਚ ਵੀ ਨਿਗਾਹ ਦਾ ਜ਼ਿਕਰ ਹੈ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ। ਜਦੋਂ ਗੁਰੂ ਨਿਗਾਹ ਭਰਪ ਵੇਖ ਲੈ ਨਾ, ਉਦੋਂ ਸਾਰੇ ਦੇ ਸਾਰੇ ਕਾਰਜ ਹੋ ਜਾਂਦੇ ਨੇ। ਪੰਡਿਤ ਜੀ ਦੇ ਸ਼ਲੋਕ ਪੂਰਾ ਨਹੀਂ ਕਰਦੇ, ਅਤੇ ਜਿਹੜਾ ਛੱਜੂ ਝੋਰ ਆ ਨਾ, ਉਹ 3 ਅਰਥ ਕਰੀ ਜਾਂਦਾ, 3। ਮੈਂ ਫਿਰ ਵੀ ਸਮਝਦਾ ਉਹਦੇ ਕਰਮ ਚੰਗੇ,
ਉਹ ਲਾਲ ਚੰਦ ਪੰਡਤ ਨੇ ਅੰਮ੍ਰਿਤ ਛਕਿਆ ਔਰ ਗੁਰਮੁਖੋ ਚਮਕੌਰ ਦੇ ਜੰਗ ਦੇ ਵਿੱਚ ਸ਼ਹੀਦ ਵੀ ਹੋਇਆ ਜੇ। ਇਹ ਮੈਂ ਤਾਂ ਗੱਲ ਕੀਤੀ ਵੀ ਲੋਕੀ ਅਗਾਂਹ ਤੱਕ ਗੱਲ ਨਹੀਂ ਜਾਣਦੇ। ਉਹ ਲਾਲ ਚੰਦ ਪੰਡਤ ਜਿਹੜਾ ਗੀਤਾ ਦੇ ਪਾਠ ਦੇ ਉੱਪਰ ਆਪਣਾ ਹੰਕਾਰ ਪ੍ਰਗਟ ਕਰਦਾ ਸੀ ਨਾ, ਉਹਦੇ ਪੁਰਬਲੇ ਕਰਮ ਜਾਗੇ। ਉਹਨੇ ਧੰਨ ਗੁਰੂ 8ਵੇਂ ਪਾਤਸ਼ਾਹ ਦੇ ਕੋਲ ਸਿੱਖੀ ਗ੍ਰਹਿਣ ਕੀਤੀ। 10ਵੇਂ ਪਾਤਸ਼ਾਹ ਦੇ ਸਮੇਂ ਉਹਨੇ ਅੰਮ੍ਰਿਤ ਛਕਿਆ ਅਤੇ ਚਮਕੌਰ ਦੇ ਜੰਗ ਵਿੱਚ ਉਹ ਲਾਲ ਸਿੰਘ ਬਣ ਕੇ ਸ਼ਹੀਦ ਹੋਇਆ ਜੇ। ਉਹ ਲਾਲ ਚੰਦ ਪੰਡਤ ਗੁਰੂ ਐਡਾ ਸਮਰੱਥ ਹੈ। ਉਹੋ ਹੀ ਵਿਚਾਰ ਇੱਥੇ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦਿਨੇ ਰਾਤ ਉਸ ਪਰਿਪੂਰਨ ਪ੍ਰਮਾਤਮਾ ਦਾ ਨਾਮ ਜਪਦੇ ਨੇ ਅਤੇ ਦਿਨਾਂ ਨੂੰ ਸੁਣ ਕੇ ਸੁਤ ਭਾਨ ਡਰਿਓ ਤੋਂ ਭਾਵ ਹੁੰਦਾ ਹੈ ਸੂਰ ਦਾ ਪੁੱਤਰ ਧਰਮ ਰਾਜਾ, ਜਿਹਨੂੰ ਜਮ ਰਾਜਾ ਵੀ ਕਹਿੰਦੇ ਹਨ। ਇਹ ਵੱਖ-ਵੱਖ ਮਜ਼੍ਹਬਾਂ ਵਿੱਚ ਇਹਦੇ ਵੱਖ-ਵੱਖ ਨਾਂ ਨੇ। ਕੋਈ ਧਰਮ ਰਾਜਾ ਕਹਿੰਦਾ ਹੈ, ਕੋਈ ਜਮ ਰਾਜਾ ਕਹਿੰਦਾ ਹੈ, ਕੋਈ ਅਜਰਾਈਲ ਫਰੇਸ਼ਤਾ ਕਹਿੰਦਾ ਹੈ ਇੱਕੋ ਹੀ ਚੀਜ਼। ਇਹ ਡਰ ਜਾਂਦਾ ਹੈ। ਕਿਉਂ? ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਗੱਲ ਵੇਖੀ। ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਸੰਬੰਧ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ, ਸਵਈਆ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਪਾਸ ਬਣਾਇਓ। ਸਵਾਲ ਕਰਨ ਵਾਲਾ ਸਾਡੇ 'ਤੇ ਸ਼ੰਕਾ ਕਰਦਾ ਵੀ ਤੁਸੀਂ ਗੋਇੰਦਵਾਲ ਨੂੰ ਭਾਈ ਸਾਹਿਬ ਗੋਬਿੰਦ ਦੀ ਪੁਰੀ ਕਿਉਂ ਕਿਹਾ? ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਬਾਬਾ ਰਵਿਦਾਸ ਦਾ ਇੱਕ ਸ਼ਬਦ ਆਉਂਦਾ ਹੈ, ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤੈ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸਵਾਲ। ਉਹ ਜਗ੍ਹਾ ਜਿੱਥੇ ਕਿਸੇ ਪ੍ਰਕਾਰ ਦਾ ਗਾਮੀ ਹੈ ਨਹੀਂ। ਇਹ ਜੇ ਗੋਇੰਦਵਾਲ, ਇਹਨੂੰ ਸਿੱਧ ਕਰੀਏ। ਅੰਮ੍ਰਿਤ ਵੇਲਾ ਇੱਕ ਬੀਬੀ ਦਾ ਪੁੱਤਰ ਚੜ੍ਹਾਈ ਕਰ ਗਿਆ, ਜਿਹੜਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਸੇਵਾਦਾਰ ਸੀ, ਜਿਹਨੂੰ ਆਪਾਂ ਅੱਜ ਕੱਲ੍ਹ ਗੜਵਈ ਕਹਿਣ ਲੱਗ ਪਏ ਹਾਂ। ਉਹਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਭਾਈ ਬੱਲੂ ਬੀਬੀ ਨੂੰ ਜਾ ਕੇ ਕਹਿ ਦੇ ਵੀ ਅੰਮ੍ਰਿਤ ਵੇਲਾ ਰੋਣ ਲਈ ਨਹੀਂ, ਅੰਮ੍ਰਿਤ ਵੇਲਾ ਪ੍ਰਮਾਤਮਾ ਦੀ ਸਿਫਤ ਤੋਂ ਸਲਾਹ ਕਰ ਲਈ ਹੈ। ਅੰਮ੍ਰਿਤ ਵੇਲਾ ਸੱਚ ਰਾਓ ਵਡਿਆਈ ਵਿਚਾਰ। ਭਾਈ ਬੱਲੂ ਨੇ ਜਾ ਕੇ ਬੀਬੀ ਨੂੰ ਕਿਹਾ। ਉਹ ਆਪਣੇ ਬੱਚੇ ਦਾ ਸਰੀਰ ਚੁੱਕ ਕੇ ਲੈ ਆਈ ਅਤੇ ਜਿੱਥੇ ਬੌਲੀ ਸਾਹਿਬ ਹੈ ਨਾ, ਉਸ ਥਾਂ 'ਤੇ ਬੱਚੇ ਦਾ ਸਰੀਰ ਰੱਖਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਵਾਹਿਗੁਰੂ ਕਹਿ ਕੇ ਤੇ ਉਸ ਬੱਚੇ ਨੂੰ ਜਿੰਦਾ ਕਰ ਦਿੱਤਾ ਅਤੇ ਨਾਲ ਇੱਕ ਲਫ਼ਜ਼ ਕਿਹਾ, ਭਾਈ ਬੱਲੂ ਇਹ ਤਾਂ ਲੋਕਾਂ ਨੇ ਕਦੇ ਕਿਸੇ ਨੇ ਲੈ ਆਉਣਾ, ਕਦੇ ਕਿਸੇ ਨੇ ਚੱਕ ਕੇ ਲੈ ਆਉਣਾ। ਅਸੀਂ ਜਿੰਨਾ ਚਿਰ ਗੁਰਤਾ ਗੱਦੀ ਕਰਾਂਗੇ ਨਾ, ਗੋਇੰਦਵਾਲ ਵਿੱਚ ਮਨੁੱਖਤਾ ਕੀ ਕਿਸੇ ਪਸ਼ੂ ਅਤੇ ਪੰਛੀ ਦੀ ਮੌਤ ਵੀ ਨਹੀਂ ਹੋਏਗੀ। ਇਹ ਮੈਂ ਸੰਤ ਗਿਆਨੀ ਕਰਤਾਰ ਸਿੰਘ, ਜਿਹਨਾਂ ਦਾ ਮੈਂ ਵਾਰ-ਵਾਰ ਜ਼ਿਕਰ ਕਰਦਾ ਨਾ, ਉਹਨਾਂ ਕੋਲੋਂ ਪੜ੍ਹਿਆ, ਉਹਨਾਂ ਸਾਨੂੰ ਪੜ੍ਹਾਇਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਸਾਲ ਗੁਰਤਾ ਗੱਦੀ ਕੀਤੀ, ਉਸ ਨਗਰ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਅਤੇ ਉਸ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਦੀਖਿਆ ਲਈ ਹੈ। ਉਹੀ ਜੋਤ ਇਹਨਾਂ ਦੇ ਅੰਦਰ ਹੈ। ਪਨ ਦਾਸ ਸੋ ਆਸ ਜਗਤਰੂ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਇੱਥੇ ਉਹ ਕੱਲ ਭੱਟ ਸਾਨੂੰ ਕਹਿੰਦਾ, ਗੁਰੂ ਕੇ ਸਿੱਖਾ ਤੂੰ ਥਾਂ ਥਾਂ 'ਤੇ ਜਾਨਾ ਭੜਕਦਾ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਨਾਲ ਜੋੜ। ਇਹ ਪਰਮ ਪਾਰਸ ਸੀ। ਪਰਮ ਪਾਰਸ, ਪਰਮ ਪਾਰਸ ਦਾ ਕੀ ਮਤਲਬ ਹੁੰਦਾ ਹੈ? ਜਿਹੜਾ ਗੁਰਮੁਖੋ ਪਾਰਸ ਹੈ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਿਚਾਰਧਾਰਾ ਦੇ ਮੁਤਾਬਕ 8 ਧਾਤਾਂ ਪਾਰਸ ਨਾਲ ਛੋਹ ਜਾਣ, ਉਹ ਸੋਨਾ ਬਣ ਜਾਂਦੀਆਂ ਨੇ ਭਾਈ ਗੁਰਦਾਸ ਦੀ ਲਿਖਤ ਮੁਤਾਬਕ। ਲੇਕਿਨ ਜਿਹੜੀ ਲੋਹੇ ਦੀ ਮੈਲ ਹੈ ਨਾ, ਉਹ ਸੋਨਾ ਨਹੀਂ ਬਣ ਸਕਦੀ। ਲੋਹਾ ਸੋਨਾ ਬਣ ਸਕਦਾ ਹੈ, ਲੇਕਿਨ ਲੋਹੇ ਦੀ ਮੈਲ ਸੋਨਾ ਨਹੀਂ ਬਣ ਸਕਦੀ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸ਼ਬਦ ਆਉਂਦਾ ਹੈ ਕਿ ਜਿਹੜੀ ਲੋਹੇ ਦੀ ਮੈਲ ਹੈ ਨਾ, ਉਹ ਵੀ ਗੁਰੂ ਚਾਹੇ ਤੇ ਸੋਨਾ ਬਣਾ ਸਕਦਾ ਹੈ। ਗੁਰੂ ਐਡਾ ਸਮਰੱਥ। ਪਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਗੁਰਮੁਖਾ
कल भट्ट कहता भी गुरमुखा तू गुरु रामदास पातशाह की आस रख, भरोसा रख। ये सिख नूं गुरु रामदास इहो जिहा पारस है जिहड़ा इहदे नाल सोच है ये अगे पारस बना दिंदा है। मैं लफ्ज़ बार बार रिपीट कर रहा पारस लोहे नाल सोझे तो सोना बन जाएगा, पार चांदी नाल सोझे तो सोना बन जाएगा, लेकिन चांदी तो अगे चांदी नहीं बनती, सोने तो अगे सोना नहीं बनता। लेकिन गुरु रामदास पातशाह इहो जिहे ने जिहड़ा इन्हां नाल छो गया तो कहंदे परम पारस बन जाएगा। रामदास गुरु हर सत कियो समर्थ, गुरु सिर हथ धरियो। कहंदे धन गुरु अमरदास महाराज ने धन गुरु रामदास पातशाह के पावन सीस ते हथ रख के इन्हां नूं परमेश्वर दा सूप बना दिता। यह गुरमुखो इस सवैये दे सूखम अर्थ सतगुरु पातशाह साडे ते कृपा करन। गुरु रामदास पातशाह वाल जीवन की जे विचार करिए ना तो गुरबाणी के मुताबक आप पंक्तियां पढ़ते हैं। जल ते थल कर, थल ते कूआ, कूप ते मेर करावे, रीते भरे भरे सखनावे, यह ताको व्यवहारे। जिथे जल है उथे थल कर देगा, जिथे थल है उथे जल कर देगा, जिथे खूह है उथे पहाड़ बना देगा, जिथे पहाड़ ने उथे खूह बन जाएंगे। ये किवें? एक अंग्रेजी की कहावत है चेंज इज द लॉ ऑफ नेचर, तब्दीली कुदरत का असूल है। जिहड़ी तब्दीली है ना ये कुदरत का असूल है। श्री रामचंद्र की औलाद विच लहू ने लाहौर वसाया, कुशू ने कसूर वसाया। आहो बीमारी साडे च आ सानू लै गई, इथों की मिलेगा? आड़े बंदे तो हथ लाउंदे ने, मैं ध्यान दे देना बंदे तो गोडी पैंदे भी सुन लैन कृपा करके। बिष्टा अस्त रगत परेटे चाम, ये गुरु पंचम पातशाह का शब्द है। बिष्टा अस्त रगत परेटे चाम, इस उपरले राखो गभान। जिहड़ा साडा शरीर है ना गुरु पंचम पातशाह की बाणी मुताबक कहंदे चमड़े की पंड विच हड्डियां खून ते गंद लपेटिया तो गुरमुखा मान काहदा करदा है। मैं फिर पंक्ति रिपीट करा। बिष्टा गंदगी, अस्त हड्डियां, रगत खून, परेटे चाम तो भाव चमड़े की पंड लपेटे हुए ने। इस उपरले राखो गमान, काहदा मान करना है? शरीका वधिया, कुशू की औलाद ने लहू की औलाद नूं लाहौर चों कढ़ दिता। कुशू की औलाद ने कसूर वसाया, लहू ने लाहौर वसाया। जदों लाहौरों कढ़ दिते ना तो ये सुभाअ है मनुखी। जदों बंदे नूं वाइयां उदों रब चेते आउंदा है। ये सारे जने झाती मारिया जे। मैं तुलसीदास की रामायण पढ़िया है, वो कहंदा दुखमय सिमरन सब करे, सुखमय करे ना कोए, जो सुखमय सिमरन करे दुख न कहूँ है। ये अर्थ है। वो कहंदा दुख के मौके सारे रब नूं याद करते हैं, जे सुख के मौके चेते करन ते दुख आउंदा ही नहीं। और आप रजाना पाठ करते रात शाम के टाइम ते दुख दारू सुख रोग पाया। शरीका ने कढ़िया तो ज्यों निकले, कोई सनौड़ नाम का इलाका उत्थे चले गए। राजे ने खानदान वेख के रिश्ता कर दिता। उस बीबी की कुख थोड़ा बच्चा पैदा, उसका नाम रखा जी सोढ़ी राय। ये सोढ़ी उत्थों चले जे। मामिया की मदद के नाल वो सोढ़ी राय ने मुड़ के फिर शरीका ते हमला किया ते जिन्हां ने उहदे कोलों नगर खोया सी अपना भी छड़ा लिया तो उन्हां दा भी खो लिया। तो फिर की होया? जिन्हां ने कदे भरावां नूं कढ़िया सी उन्होंने रब चेते आ गया। वो कांशी विद्या पढ़न चले गए। वो इन्ने विद्वान बने पे उन्हां दी थां थां ते चर्चा। बड़ी सादी जी गल मैं कहण लगा,
साढ़े नानकिਆਂ ਦੇ ਵਿੱਚੋਂ जे कोई चंगा बंदा होवे तो आपां कहने मेरा मामा लगता है, तो साडा सगा मामा जेब कटदा फड़िया जाए ना तो सानू को कहे भी भाई साहब तुहाडा मामा काबू आ, कहने लगे मैनू नहीं पता को होवेगा उस पिंडों, भावें सगा मामा। कहण दा भाव कि चंगियां ते सारे अपणत करते हैं। जदों उन्हां भरावां दी कुछ दी औलाद ने विद्या पढ़ी विद्वान बन गए, तो मैं वेदांत विच एक पंक्ति पढ़ी है कि मूड़ पूजने च धाम है, पंच पूजने च नगर, भू पूजने च देश में, पूजत गुणी समग्र। ਇਹਦਾ अर्थ की है? ਜਿਹੜਾ मूर्ख बंदा ਉਹਦੀ घर च पूजा ਤੇ ਮੈਨੂੰ पैसे ਦਿਓ मैं टीका ਲਵਾਉਣਾ नशे का, जे नहीं ਦਿੱਤੇ तो भांडा भन देगा, कहीं जा दफा लवा ला मर ला। ਉਹਦੀ मूर्ख ਦੀ घर च पूजा। ਜਿਹੜਾ पंच सरपंच ਉਹਦਾ नगर ਵਿੱਚ सत्कार, राजे देश में पूजा, लेकिन गुणी बंदा हर थां ते पूजा जाता है। गुणी बंदे की हद बनना कोई नहीं, वह हर थां ते सत्कार। जदों विद्वान हो गए ना तो सुनिया भेजा तुसीं अपनिओ किते करो कृपा, सानू को रब दे घर की गल सुनाओ। कहिंदे उन्होंने 3 वेदां की कथा सुनाई तो सोढ़ी इन्ने खुश हो इन्हां राज भाग दे दिता। कथा की भेंट राज भाग जदों दे दिता ना तो कहने लगे गुरमुखो कोई नहीं, मौका आवेगा ये तुहानू मुल मोड़ांगे। 10वें ग्रंथ के मुताबक वो 3 पीढ़ियां बेदियां ने गुरु करते सभाए मान रहे। हुण मौका आया उस नियम के मुताबक बाबे ठक्कर दे कर बाबा हरदास होया, बाबे हरदास दे कर गुरु रामदास पातशाह का अवतार होया। गुरु रामदास पातशाह दादे का नाम बाबा ठक्कर करके लिखा है। गुरु रामदास पातशाह महाराज की माता के 2 नां ने, जिमें हुण तां बीबियां पढ़ियां लिखियां होने करके सर्टिफिकेट तो एक ना होंदा है, लेकिन मैं चाहे मेरी तो बड़े बराबर की उम्र वाले आप सारिਆਂ ने वेख्या पेकिਆਂ का नाम होर हुंदा सी ते सहुरिਆਂ का नाम मुड़ के सस्सां होर रखदियां सन। ये असीं वेख्या अजमन च। इस तरह गुरु रामदास पातशाह महाराज की नानी का माफ़ करना माता का नाम पेके अनूपी सी और सहुरिਆਂ ਦੇ घर आ करके उन्हों का नाम दया को रख दिता। उस दया कौर की कुख तो धन गुरु रामदास पातशाह का अवतार होया। उहदे तो बाद इन्हां दी भैन रामदासी हुई और एक भरा गुरदयाल सी। रब का रंग जिहड़ा आपां आम पढ़ते ने चूनी मंडी, आप जो पढ़ते ना गुरु रामदास पातशाह के बारे तो साढ़े विद्वान वीर बोलते हैं, वो कहिंदे चूना मंडी। लेकिन मान कोश विच भाई कान सिंह नाभा ने लिखा है चूनी मंडी। इसका कारण की है? वो कहता कि इन्हां दे वडेरे हीरियां दियां कणियां दा पार करते सन। जेड़े कदे हीरियां दियां कणियां दा पार करते ने ना, अज भाणा वरत्या 7 साल की उम्र है, गुरु रामदास पातशाह की माता भी चली गई तो पिता भी चला गया। ये जी अगली गल है ना, ये पोथियां च नहीं, ये जिन्नी मेरा भी ज्ञानी संत सिंह मस्कीन आए ने, मैं उन्होंने कोलों हर साल मंजीत साहब सुनता रहा तो मेरे मन से उस गल का बड़ा गहरा असर, तो मैं मस्कीन साहब वाली गल तुहानूं सुनाउण लगा। मैं पोथियां च नहीं पढ़ी, मस्कीन साहब की जबान तो। वो की नानी गई, वो अपनी दोहती दोहतियां नूं लै करके जदों बासर के नगर अपने घर वड़न लगी ना, तो मामी ने आख्या बेबे जिहड़ी साडी नान ते नान भी आखा गए भला साडे ते खैर करके असीं इहनूं सामने है। गुरु रामदास पातशाह की नानी ने आख्या बेबे, बड़ी पुरानी बोली, बेबे तू घर दी मालक है, मंजे ते बैठ के जम जम खा, जेड़े माँ प्यो खा गए ये साडे की लगते हैं। तो मस्कीन सब कहते होते सन कि बीबी तू की जाने, जिस गुरु रामदास पातशाह वास्ते तू बूहा ढो रही है ना, उस गुरु रामदास पातशाह का दरवाजा अठे पर भुखियां लई खुला रहेगा। आपां घरां वाले
ਆਪਾਂ ਕਹਿੰਦੇ ਹੁਣ ਲੰਗਰ ਪਾਣੀ ਵਰਤ ਗਿਆ ਤੇ ਸਮਝੀਏ। ਦੁਨੀਆ ਵਿੱਚ ਕੇਵਲ ਤੇ ਕੇਵਲ ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਲੰਗਰ ਹੈ ਜਿਹੜਾ 8 ਪਰ ਵਰਤਦਾ। ਦੁਨੀਆ 'ਚ ਕਿਤੇ ਇਹੋ ਜਿਹਾ ਲੰਗਰ ਨਹੀਂ। ਜਿਸ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਨਾਨੀਆਂ ਨੇ ਜਵਾਬ ਦਿੱਤਾ ਸੀ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮਾਮੀ ਤੂੰ ਤਾਂ ਜਵਾਬ ਦਿੱਤਾ ਪਰ ਮੈਂ ਨਹੀਂ ਕਿਸੇ ਨੂੰ ਦੇਣਾ। ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ 9 ਸਾਲ ਆਪਣੇ ਨਾਨਕੇ ਪਿੰਡ ਘੁੰਗਰੀਆਂ ਵੇਚੀਆਂ। 9 ਸਾਲ। ਉਹਦੇ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਰਿਹਾਇਸ਼ ਗੋਂਦਵਾਲ ਲੈ ਗਏ, ਨਗਰ ਦੇ ਹੋਰ ਗੁਰਮੁਖਾਂ ਨੂੰ ਪ੍ਰੇਰਨਾ ਦਿੱਤੀ ਔਰ ਉਹਨਾਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਮਾਤਾ ਮਾਫ ਕਰਨਾ ਨਾਨੀ ਜੀ ਭੈਣ ਤੇ ਭਰਾ ਨੂੰ ਨਾਲ ਲੈ ਕੇ ਉਹ ਵੀ ਗੋਂਦਵਾਲ ਚਲੇ ਗਏ। ਇਹ ਕੀ ਕਰਨਾ? ਪਹਿਲਾਂ ਘੁੰਗਣੀਆਂ ਵੇਚਣੀਆਂ ਔਰ ਫਿਰ ਗੁਰੂ ਘਰ ਵਿੱਚ ਸੇਵਾ ਕਰਨੀ। ਗੁਰੂ ਰਾਮਦਾਸ ਪਾਤਸ਼ਾਹ ਦਾ ਅਵਤਾਰ 15 ਸਤੰਬਰ 1534 ਨੂੰ ਲਾਹੌਰ ਸ਼ਹਿਰ ਵਿੱਚ ਹੋਇਆ। ਮਾਤਾ ਭਾਨੀ ਜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਨਾਲੋਂ ਕੇਵਲ ਤੇ ਕੇਵਲ 2 ਮਹੀਨੇ ਛੋਟੇ ਹਨ। ਮਾਤਾ ਭਾਨੀ ਦਾ ਜਨਮ ਵੀ 1534 ਦਾ ਹੈ, ਸ਼ਾਇਦ ਨਵੰਬਰ ਮਹੀਨੇ ਦਾ। ਸਮੇਂ ਦੇ ਨਾਲ ਮਾਤਾ ਭਾਨੀ ਜੀ ਸ਼ਾਦੀ ਦੇ ਯੋਗ ਹੋਏ। ਉਹ ਆਪਣੇ ਭੈਣਾਂ ਭਰਾਵਾਂ ਤੋਂ ਸਾਰੇ ਤੋਂ ਛੋਟੇ ਸਨ। ਵੱਡੀ ਦਾ ਨਾਮ ਸੀ ਬੀਬੀ ਦਾਨੀ, ਕਈ ਥਾਵਾਂ 'ਤੇ ਨਿਧਾਨੀ ਕਰਕੇ ਵੀ ਲਿਖਿਆ। 2 ਨੰਬਰ 'ਤੇ ਬਾਬਾ ਮੋਹਨ, 3 ਨੰਬਰ 'ਤੇ ਬਾਬਾ ਮੋਹਰੀ ਅਤੇ 4 ਨੰਬਰ 'ਤੇ ਮਾਤਾ ਭਾਨੀ, ਜਿਨ੍ਹਾਂ ਨੂੰ ਪਿਆਰ ਦੇ ਨਾਲ ਗੁਰੂ ਅਮਰਦਾਸ ਮੋਹਣੀ ਵੀ ਕਹਿੰਦੇ ਸਨ। ਮਾਤਾ ਭਾਨੀ ਤਾਂ ਆਪਾਂ ਸਾਰੇ ਜਾਣਦੇ ਨਾ, ਲੇਕਿਨ ਮੈਂ ਪੜ੍ਹਿਆ ਵੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਧੀਏ ਨਾ ਤੇਰਾ ਭਾਨੀ ਤੂੰ ਤਾਂ ਮੋਹ ਲੈਣੀ, ਤੂੰ ਮੇਰੀ ਮੋਹਣੀ ਧੀ ਹੈ। ਇਹ ਗੁਰੂ ਅਮਰਦਾਸ ਪਾਤਸ਼ਾਹ ਪਿਆਰ ਨਾਲ ਮਾਤਾ ਭਾਨੀ ਨੂੰ ਇਹ ਵੀ ਤਖਲਸ ਲਾਉਂਦੇ ਸਨ। ਮਾਤਾ ਮਨਸਾ ਦੇਵੀ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ, ਸਵਾਮੀ ਜੀ ਆਪਣੀ ਭਾਨੀ ਵਰ ਦੇ ਲੈ ਗਏ, ਆਪਾਂ ਨੂੰ ਉਹਦੇ ਘਰ ਕੋ ਵਾਸਤੇ ਕੋਈ ਵਰ ਘਰ ਲੱਭਣਾ ਚਾਹੀਦਾ ਹੈ। ਇਹ ਵੇਖੋ ਅੱਜ ਆਪਾਂ ਕਿਸੇ ਖਲੋਤੇ ਆ ਤੇ ਸਾਡੇ ਵਡੇਰਿਆਂ ਦੀ ਕੀ ਸੋਚ ਸੀ। ਹੁਣ ਤਾਂ ਆਪਾਂ ਕਹਿੰਦੇ ਵੀ ਮੁੰਡਾ ਬਾਹਰੋਂ ਆਇਆ ਤੇ ਉਹਨੇ ਕਲੀਨ ਸ਼ੇਵ। ਇੱਕ ਮੈਨੂੰ ਬੜੀ ਸ਼ਰਮ ਆਉਂਦੀ ਜਦੋਂ ਗੱਲ ਕਹਿੰਦੇ ਮੇਰਾ ਕਾਲਜਾ ਦੁਖਦਾ ਹੈ। ਇੱਕ ਕਲੀਨ ਸ਼ੇਵ ਸਿੱਖ ਲੜਕੇ ਲਈ ਲੜਕੀ ਦੀ ਲੋੜ ਹੈ। ਮੈਂ ਆਪਣੀ ਸੁਭਾਅ ਦੇ ਮੁਤਾਬਕ ਬੇਨਤੀ ਕਰਾਂ, ਉਹ ਕਲੀਨ ਉਹਨੂੰ ਕੋ ਕਲਹਿਣਾ ਸਿੱਖ। ਸਿੱਖ ਦੀ ਜਿੰਦਾਂ ਨੂੰ ਤਾਂ ਕੇਸ ਰਿਹਾ, ਤੇ ਜੇ ਕੇਸ ਹੀ ਨਹੀਂ ਤਾਂ ਸਿੱਖ ਕਾਹਦਾ ਰਿਹਾ। ਸਮਾਂ ਨਹੀਂ ਕਿ ਮੈਂ ਇਸ ਪਾਸੇ ਜਾਵਾਂ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਨੇ ਨਾ, ਭਾਈ ਜੈਤੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਣ ਕੇ ਸਾਰੀ ਖਬਰ ਦਿੱਤੀ ਔਰ ਉਸ ਮੌਕੇ ਇਤਿਹਾਸ ਦੇ ਪੰਨਿਆਂ ਮੁਤਾਬਕ ਦਿੱਲੀ ਵਿੱਚ 1400 ਸਿੱਖਾਂ ਦਾ ਘਰ ਸੀ। ਜੋ ਮੈਂ ਪੜ੍ਹਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਹੀਦੀ ਦੇ ਸਮੇਂ 1400 ਸਿੱਖਾਂ ਦਾ ਘਰ ਹੈ, ਲੇਕਿਨ ਇੱਕ ਨੇ ਵੀ ਉੱਚੀ ਆਵਾਜ਼ ਨਹੀਂ ਕੱਢੀ। ਤੇ ਕਲਗੀਧਰ ਬਾਪੂ ਨੇ ਆਖਿਆ ਸੀ ਵੀ ਮੈਂ ਇਹੋ ਜਿਹੇ ਸਿੱਖ ਬਣਾਵਾਂਗਾ ਲੱਖਾਂ 'ਚੋਂ ਪਛਾਣਿਆ ਜਾਏਗਾ। ਤੇ ਲੱਖਾਂ ਤੋਂ ਪਛਾਣਿਆ ਜਾਵੇ ਮੁੱਛ ਤੋਂ, ਲੱਖਾਂ ਤੋਂ ਪਛਾਣਿਆ ਜਾਵੇਗਾ ਗੁੱਤ ਤੋਂ। ਜੇ ਗੁੱਤ ਤੇ ਮੁੱਛ ਹੀ ਨਹੀਂ ਰਹੀ ਤਾਂ ਸਿੱਖ ਕਾਹਦਾ ਹੈ। ਸਾਡੀ ਪਛਾਣ ਕੇਸ ਨੇ, ਸਾਬਤ ਸੂਰਤ ਦਸਤਾਰ ਸਿਰਾ। ਬਾਣੀ ਸਾਬਤ ਸੂਰਤ ਦਸਤਾਰ ਸਿਰਾ। ਇਸ ਪਾਸੇ ਮੈਂ ਨਾ ਜਾਵਾਂ। ਮਾਤਾ ਮਨਸਾ ਦੇਵੀ ਕਹਿਣ ਲੱਗੇ ਜਿਹੜਾ ਲਾਹੌਰੋਂ ਰਾਮਦਾਸ ਆਇਆ ਉਹਦੇ ਵਰਗਾ ਕਾਕਾ ਮਿਲ ਜੇ ਤੇ ਬਹੁਤ ਵਧੀਆ ਰਹੇਗਾ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਮਨਸਾ ਦੇਵੀ ਮੈਂ ਤਾਂ ਮਸਲਾ ਹੱਲ ਹੋ ਗਿਆ, ਉਹਦੇ ਵਰਗਾ ਤਾਂ ਉਹ ਹੀ ਹੈ। ਆਨੰਦ ਕਾਰਜ ਹੋਇਆ ਜਿਹੜਾ ਆਪਾਂ ਕਹਿੰਦੇ ਆਨੰਦ ਕਾਰਜ। ਇਹ ਆਨੰਦ ਕਾਰਜ ਸਾਡੇ ਸਿੱਖ ਸਮਾਜ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਆਇਆ। ਮਾਤਾ ਭਾਨੀ ਨਾਲ ਗੁਰੂ ਰਾਮਦਾਸ ਪਾਤਸ਼ਾਹ ਦਾ ਆਨੰਦ ਕਾਰਜ ਹੋਇਆ ਤੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਰੋਜ਼ਾਨਾ ਪੜ੍ਹਾਉਂਦੇ ਸਮਝਾਉਂਦੇ ਨੇ, ਗੁਰਮੁਖਾ ਇਹ ਆਨੰਦ ਖਾਣ 'ਚੋਂ ਨਹੀਂ, ਪਹਿਨਣ 'ਚੋਂ ਨਹੀਂ, ਆਨੰਦ ਤੈਨੂੰ ਮਿਲੇਗਾ ਕਿੱਥੇ? ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਇਹ ਤੈਨੂੰ ਗੁਰੂ ਕੋਲੋਂ ਪਤਾ ਚੱਲੇਗਾ ਵੀ ਆਨੰਦ ਮਿਲਦਾ ਕਿੱਥੋਂ ਹੈ। ਵਿਆਹ ਹੋ ਗਿਆ, ਆਪਾਂ ਹਰ ਬੰਦਾ ਮਨੁੱਖ ਆਪੋ ਆਪਣੀ ਸੀਅਤ ਦੇ ਮੁਤਾਬਕ ਆਪਣੀ ਧੀ ਨੂੰ ਕੋਈ ਨਾ ਕੋਈ ਦੇਣਾ ਚਾਹੁੰਦਾ। ਆਪੋ ਆਪਣੀ ਸੀਤ
ਤੇ ਲੈਣ ਵਾਲੇ ਆਪਾਂ ਜਿਹੜੇ ਨੇ, ਆਪਾਂ ਮੰਗਤੇ ਤਾਂ ਹਾਂ ਹੀ ਮੰਗਤੇ, ਲੇਕਿਨ ਆਪਾਂ ਬਲ ਨਾਲ ਮੰਗਦੇ ਹਾਂ। ਸਾਡਾ ਕਾਕਾ ਵਿਆਹ ਗਿਆ ਤੇ ਸਾਨੂੰ ਵਿਚੋਲਾ ਕਹਿੰਦਾ ਨਾ ਵੀ ਉਹਨਾਂ ਨੇ ਗੱਡੀ ਦੇਣੀ, ਤੇ ਆਪਾਂ ਕਹਿੰਦੇ ਸਾਨੂੰ ਕੀ ਇਤਰਾਜ਼ ਹੈ। ਉਹਨਾਂ ਆਪਣੀ ਕੁੜੀ ਨੂੰ ਦੇਣੇ ਭਾਵੇਂ 2 ਦੇ ਦੇਣ, ਤੇ ਉਂਝ ਕਹਿੰਦੇ ਸਾਨੂੰ 3 ਕੱਪੜੇ ਚਾਹੀਦੇ, ਲੱਕੜੇ ਬੀਬੀ 3 ਕੱਪੜਿਆਂ ਵਿੱਚ ਚਾਹੀਦੀ, ਸਾਨੂੰ ਲਾਲਚੀ ਕੋਈ ਨਹੀਂ। ਸਾਡੇ ਲੈਣ ਦਾ ਢੰਗ, ਅਸੀਂ ਇੰਨੇ ਮੰਗਤੇ ਹੋ ਗਏ ਹਾਂ। ਗੁਰੂ ਸਾਨੂੰ ਸੰਤੋਖ ਬਖਸ਼ ਦਿਖਦੇ। ਗੁਰੂ ਰਾਮਦਾਸ ਪਾਤਸ਼ਾਹ ਦਾ ਆਨੰਦ ਕਾਰਜ ਹੋਇਆ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਪੁੱਛਿਆ, ਮੈਂ ਬੇਨਤੀ ਕਰਾਂਗਾ, ਮੈਨੂੰ ਸਭ ਤੋਂ ਵੱਡੀ ਜਿਹੜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਇਹ ਲੱਗਦੀ ਹੈ, ਇਹਨੂੰ ਪੱਲੇ ਬੰਨੀਏ। ਕਹਿਣ ਲੱਗੇ, ਪੁੱਤਰਾ ਤੈਨੂੰ ਧੀ ਦੇ ਕੇ ਪੁੱਤ ਬਣਾਇਆ, ਜੋ ਮੰਗਣਾ ਹੀ ਮੰਗ। ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਕੀ ਮੰਗਿਆ ਸੀ? ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ, ਮੈਂ ਤੈਨੂੰ ਸਹੁਰਾ ਨਹੀਂ ਜਾਣਦਾ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਤੂੰ ਮੇਰਾ ਗੁਰਦੇਵ ਹੈ, ਤੂੰ ਮੇਰਾ ਮਿੱਤਰ ਹੈ। ਜੇ ਪੁੱਛ ਹੀ ਲਿਆਈ ਤੇ ਮੇਰੇ ਅੰਦਰ ਚਾਨਣ ਕਰ ਦੇ, ਤਾਂ ਕਿ ਵਿਕਾਰਾਂ ਰੂਪੀ ਚੋਰ ਭੱਜ ਜਾਣ। ਜਿੱਥੇ ਦੀਵਾ ਜਗੇਗਾ ਨਾ, ਉੱਥੇ ਚੋਰ ਨਹੀਂ ਰਹਿਣਗੇ। ਔਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਗੁਰਤਾ ਗੱਦੀ ਦੇ ਸਮੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਇਸ ਥਾਂ ਦੀ ਸਰੋਵਰ ਦੀ ਨਿਸ਼ਾਨਦੇਹੀ ਦਿੱਤੀ। ਜਿਹੜਾ ਸਰੋਵਰ ਹੈ ਨਾ, ਇਹ ਗੁਰੂ ਰਾਮ ਅਮਰਦਾਸ ਮਹਾਰਾਜ ਨੇ ਆਪਣੀ ਗੁਰਤਾ ਗੱਦੀ ਦੇ ਸਮੇਂ ਵਿੱਚ ਇਸ ਥਾਂ 'ਤੇ ਆ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਇਸ ਸਰੋਵਰ ਦੀ ਨਿਸ਼ਾਨਦੇਹੀ ਦਿੱਤੀ। ਕਿਸੇ ਨਾ ਕਿਸੇ ਬਹਾਨੇ ਗੱਲ ਬਣਨੀ ਹੈ। ਉਹ ਪ੍ਰਸੰਗ ਸਾਰਿਆਂ ਨੂੰ ਹੁੰਦਾ, ਮੈਂ ਉਹ ਬਹੁਤਾ ਨਾ ਸੁਣਾਵਾਂ। ਵੀ ਪੱਟੀ ਦਾ ਰਹਿਣ ਵਾਲਾ ਦੁਨੀ ਚੰਦ, ਉਹਦੀਆਂ ਬੇਟੀਆਂ ਨੇ। ਇਹ ਮੈਂ ਲਫ਼ਜ਼ ਗੋਲ ਤਾਂ ਕਿਹਾ ਵੀ ਕਈ ਥਾਵਾਂ 'ਤੇ 5 ਲਿਖਿਆ ਤੇ ਕਈ ਥਾਵਾਂ 'ਤੇ 7। ਵੈਸੇ ਗੁਰੂ ਪ੍ਰਤਾਪ 'ਚ 5 ਬੱਚੀਆਂ ਦਾ ਜ਼ਿਕਰ ਹੈ। ਕਹਿਣ ਲੱਗਾ ਵੀ ਤੂੰ ਮੇਰੇ ਵਰਗਾ ਕੋਈ ਪਿਓ ਹੈ। ਤੇ ਉਹ ਬੀਬੀ ਜਿਹੜੀ ਸੀ ਗੁਰਮੁਖ ਨਾਲ ਰੰਗੀ, ਕਹਿਣ ਲੱਗੀ, ਜੀ ਇਹ ਤੁਹਾਡਾ ਫਰਜ਼ ਹੈ, ਲੇਕਿਨ ਪਿਓ ਭਲੇ ਤੋਂ ਭਲੇ ਪਏ ਨੇ। ਉਹਦੇ ਅੰਦਰ ਇੰਨਾ ਹੰਕਾਰ ਹੈ ਕਿ ਉਹਨੇ ਧੀ ਨੂੰ ਮਾਫ਼ ਨਹੀਂ ਕੀਤਾ। ਕਹਿਣ ਲੱਗਾ, ਹੁਣੇ ਮੈਂ ਤੈਨੂੰ ਵਿਖਾਉਣਾ। ਕੋੜੀ ਨਾਲ ਬੀਬੀ ਨੂੰ ਤੋਰ ਦਿੱਤਾ। ਇੱਥੇ ਆ ਗਈ ਦੁੱਖ ਭੰਜਨੀ ਬੇਰੀ ਦੇ ਥੱਲੇ ਆਣ ਕੇ ਉਹਨੇ ਟੋਕਰੀ ਰੱਖੀ। ਤੁੰਗ ਪਿੰਡ ਤੋਂ ਵਿਚਾਰੀ ਖੈਰ ਮੰਗਣ ਗਈ, ਭਾਣਾ ਵਰਤਿਆ, ਕਾਲੇ ਕਾਵਾਂ ਨੇ ਚੁੱਭੀਆਂ ਮਾਰੀਆਂ, ਹੰਸ ਬਣ ਗਏ। ਅੱਜ ਕਈ ਦੁਸ਼ਟ ਤੇ ਗੁਰੂ ਘਰ ਦੇ ਨਿੰਦੇ ਕਹਿੰਦੇ ਨਹੀਂ ਹੋ ਸਕਦਾ। ਇੱਥੇ ਹਰ ਰੋਜ਼ ਗੁਰਮੁਖੋ ਕਰਾਮਾਤ ਵਰਤਦੀ ਹੈ, ਹਰ ਰੋਜ਼। ਇਹਦੇ ਬਾਰੇ ਅਸੀਂ ਪੜ੍ਹਦੇ ਹਾਂ। ਗੁਰੂ ਪੰਚਮ ਪਾਤਸ਼ਾਹ ਨੇ ਮੋਹਰ ਲਾਈ ਹੈ, ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁੱਲ ਤਰਾਵੇ। ਕੁੱਲ ਦਾ ਭਾਵ ਟੋਟਲ। ਹਿੰਦੂ ਨਹਾਵੇ, ਸਿੱਖ ਨਹਾਵੇ, ਮੁਸਲਮਾਨ ਨਹਾਵੇ, ਕੋਈ ਨਹਾਵੇ, ਜੋ ਨਹਾਵੇ ਸੋ ਕੁੱਲ ਤਰਾਵੇ। ਉਧਾਰ ਹੋਆ ਹੈ ਜੀ ਕਾ। ਸਾਰੇ ਦੇ ਸਾਰੇ ਤਰ ਗਏ ਨੇ, ਸਾਰਿਆਂ ਦੀ ਕਲਿਆਣ ਹੋ ਜਾਵੇਗੀ। ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਦੀ ਵਡਿਆਈ ਹੈ। ਗੁਰਮੁਖੋ, ਜਦੋਂ ਗੁਰਤਾ ਗੱਦੀ ਮਿਲ ਗਈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਇੱਥੇ ਆ ਗਏ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਗੁਰੂ ਕੇ ਮਹਿਲਾਂ ਵਿੱਚ ਸਤਿਗੁਰੂ ਪਾਤਸ਼ਾਹ ਦੇ ਪਰਿਵਾਰ ਨੇ 64 ਸਾਲ ਉੱਥੇ ਰਿਹਾਇਸ਼ ਰੱਖੀ ਹੈ। ਜਿਹੜੇ ਆਪਾਂ ਗੁਰੂ ਕੇ ਮਹਿਲ ਹੀ ਜਾਂਦੇ ਹਾਂ ਨਾ, ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਗੁਰੂ ਰਾਮਦਾਸ ਪਾਤਸ਼ਾਹ ਤੋਂ ਲੈ ਕਰਕੇ ਸਤਿਗੁਰੂ ਪਾਤਸ਼ਾਹ ਦਾ ਪਰਿਵਾਰ 64 ਸਾਲ ਉਸ ਗੁਰੂ ਕੇ ਮਹਿਲਾਂ ਵਿੱਚ ਆਪਣਾ ਨਿਵਾਸ ਰੱਖਦਾ ਰਿਹਾ। ਔਰ ਇਹ ਜਗ੍ਹਾ ਹੈ ਜਿਹੜਾ ਇੱਥੇ ਕੋਈ ਵੀ ਝਾਕ ਲੈ ਕੇ ਆ ਗਿਆ, ਉਹਦੀ ਕਾਮਨਾ ਪੂਰੀ ਕੀਤੀ। ਦੋ ਪਾਸੇ ਬਾਤ ਨਹੀਂ ਬਣਦੀ, ਇੱਕ ਦਾ ਹੋਣਾ ਚਾਹੀਦਾ। ਇੱਕ ਬੰਦਾ ਜਿਹੜਾ ਸਖੀ ਸਰਵਰ ਨੂੰ ਮੰਨਦਾ ਹੈ। ਸਖੀ ਸਰਵਰ ਤੋਂ ਭਾਵ ਹੁੰਦਾ ਜਿਹੜੇ ਆ ਵੀਰਵਾਰ ਵਾਲੇ ਦਿਨ ਖੇਡ ਦਿੰਦੇ ਨੇ ਨਾ। ਮੈਂ ਇਸ ਪਾਸੇ ਬਹੁਤਾ ਨਾ ਜਾਵਾਂ, ਜਿਹੜੀ ਕਬਰਾਂ ਬਣੀਆਂ ਨੇ, ਮੈਨੂੰ ਬੜਾ ਦੁੱਖ ਹੁੰਦਾ ਹੈ। ਹੋਵੇ ਗੁਰੂ ਰਾਮਦਾਸ ਦਾ ਨਗਰ, ਜਿਹਦੇ ਬਾਰੇ ਪੜ੍ਹਦੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਆ, ਬੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ। ਇਸ ਅੰਮ੍ਰਿਤਸਰ ਨਗਰ ਦੇ ਜਿੰਨੇ ਚੌਂਕੜੇ ਇੱਥੇ ਉਨੀਆਂ ਕਬਰਾਂ ਬਣ ਗਈਆਂ। ਕਿ ਸਾਡੇ ਗੁਰੂ ਨੂੰ ਸਾਨੂੰ ਕਬਰਾਂ ਨਾਲ ਜੋੜਿਆ। ਕਲਗੀਧਰ ਪਾਤਸ਼ਾਹ ਦਾ ਇਹ ਸ਼ਬਦ ਚੇਤੇ ਰੱਖਿਆ ਕਰੋ, ਜਾਗਤ ਜੋਤ ਜਪੇ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾਨੇ,
पूर्ण प्रेम प्रतीत सजे व्रत गोर मड़ी मट भूल न मन, भुल के भी ना मन। लेकिन बड़े दुख नाल कहना पैंदा, मैं गात्रियां वाले वेखे ने किरपान पा के ते कबरां अगे खलोते हुंदे ने। एक तो मैं जिहड़ी बस स्टैंड कोल कबर उत्थे बीबी वेखी, पहलां तां मैं उतरन लगा भी उन्होंने आखां भी तेरा अमृत नाल गल नहीं बनी तो कबर तो लभ दे। फिर मैं आख्या मना इवें राह जांदी लड़ाई लैना ते तूं की लेना टट्ठे खूह च पवे। इस तरह जिहड़ा उत्थे आ तारां वाला पुल है, उत्थे कोई अमली मर गया तो बना लिया बाबा मुराद शाह, मन दियां मुरादां पूरियां करदा। याद रखिया जे जिहदियां गुरु रामदास तो मुरादां पूरियां नहीं उन्हां दी कदों नहीं जिउणियां। जिन्हां दियां गुरु रामदास मैं कई बार कई बंदे आम साडे सुभाਅ भी मैं दूजा मैनूं आ नहीं मिलिया नहीं मिलिया, ਜਦੋਂ ਕੋਈ ਮੈਨੂੰ ਪੁੱਛੇ ਨਾ तो मैं कहना ना मेरी चादर छोटी तो गुरु रामदास ने दिता इन्ना ज़्यादा मैं तू चादर च पाया नहीं जाता। मैं जे मैंने पूछना भी ज्ञानी जी तुहानूं आ नहीं, मैं कहना भी मेरी चादर छोटी लेकिन गुरु रामदास गफ्फे इन्ने ज़्यादा दिती जाता भी चादर च पैंदे नहीं बाहर गिर जाते हैं। इहो जिहा दाता जे। मैं जज्बाती ना करा, एक सखी सरवर नूं मनण वाला भाई दयाले दे कर पैदा होया कांगड़ नगर विच ते ओहदी माँ का नाम है सुखदेई। माँ का नाम सुखदेई, प्यो का नाम दयाला। 14 अस्सू नूं ओहदा जन्म होया। वो चलिया धौंकड़ का टल खड़काउण। मैं नाम सुनिया पता नहीं वो धौंकड़ का टल पाकिस्तान में कदे होवेगा। टल खड़काउण चलिया, ਉਹਦੇ कर्म चंगे, लंघदा लंघदा कहन लगा भी मैं गुरु रामदास नूं मत्था ना टेक ਲਾਂ। ये भाई सालू की गल जे। जदों मत्था टेकन लगा तो गुरु रामदास पातशाह कहते प्रेमीए मत्था ना टेक, आपां तो कहने पैरों नूं फड़। मैनूं बड़ी एलर्जी है जिहड़े मत्था टकाउंदे ना बाबे मत्था टकाउण वाले, वो जिवें वलैती गां खलोंदी चोण लग्या इतना खलोंदे ने बेड़ा गर्क हो जाए उन्हों का भी जिवें मत्था टेकण वाला किते गां लंघ ना जाए। किते जाके वेख्या जिन्हें मत्था टेकाउण दा बाबे नूं बीमारी है ना, 5 बंदे गए तो 4 ने टेकिया तो नाना टेकिया। बाबे नूं बंदा रड़कदा भी वह बंदा कौन है क्योंकि उन्होंने मत्था नहीं टेकिया। इन्ना साडे अंदर हंकार है। मैं वार वार एको बेनती करदा, मंजी साहब 40 साल मैनूं हो गए ने, चमड़ी नूं मत्था ना टेकिया करिए, गंद नूं मत्था ना टेकिया करिए। असीं मत्था किहनूं टेकना? सतगुर शब्द अजारो दीपा बिन स्यो अंधकार ते मंदिर रतन कोहड़ी खुली अनूपा। असीं मत्था किहनूं टेकना? गुरु रामदास पातशाह ने सानू क्लीयर कट आख्या सिखो बाणी गुरु। कित्थे लिखिया बंदा गुरु? नाट नरैण महला चौथा। गुरु रामदास पातशाह की पावन बोल बाणी गुरु। गुरु है बाणी विच बाणी अमृत सारे, गुरबाणी कह सेवक जन माने परता गुरु नस्तारे। जो गुरबाणी कहती सेवक बन के मनो तुहाडी कल्याण करेगी। उन्होंने कहन लगे प्रेमीए मत्था ना टेक। कहन लगा पातशाह मत्था टेकण च की हर्ज है? कहते प्यारिया सिक्खी तो सिक्खी नहीं टिकती, एक थां दा हो जा। असी बाणी च एक पंक्ति पढ़ते हैं, कबीर सतगुर सूरमे बाया बाण जो एक लागत ही भोए गिर परिया परा करेजे शेख। गुरु ने इहो जिहा तीर मारिया भी किते जान जोगा ही नहीं रहा, गुरमुख इत्थे टिक गया। गुरु रामदास की दर्द की कितनी ताकत है। जिहड़ा लाची बेरी है ना, एक विजय सैन नाम का राजा मध्य प्रदेश में आया, उहदे घर संतान नहीं सी। उन्हें गुरु महाराज के चरणों च अरदास बेनती की, पातशाह मैनूं पुत्र की दात दे, क्योंकि पढ़ते बाणी पैंदी पुत्ती गंढ पवे संसार। जिन्होंने सोहण सिंह सीतल ने बड़ा सुंदर लिखा, कहते मावां भावें होवण परियां नाल सुनदे डक डक भरियां, शाहां घरीं विआहियां वरियां पर पूरा श्रृंगार ना होवे जे गल लालां दा हार ना होवे। एक लोक कहावत है, जिस कर दीवा ना बले ना कर खेडे बाल, भावें होवे छत्रपस उतों भला खना चनाल। जेड़े घर में दीवा नहीं जगदा तो बच्चा नहीं खेडदा, चनालां दे नालों भी कर माड़ा है। राजा विजय सैन ने अरदास की, गुरु ने कृपा की, पुत्र होया आया। झाड़ू मारदा सी अकाल तख्त। जिहड़ी आ 4 बाहियां ने ना, इन्हां 4 बाहियां दी 4 महान शक्तियां ने शख्सां ने सेवा की।
ਜਿਹੜੀ ਚੜ੍ਹਦੇ ਪਾਸੇ ਵਾਲੀ ਬਾਈ ਹੈ ਇਹਦੀ ਸੇਵਾ ਕਰਾਈ ਭਾਈ ਗੁਰਦਾਸ ਜੀ ਨੇ। ਜਿਹੜੀ ਬਾਬਾ ਦੀਪ ਸਿੰਘ ਵਾਲੀ ਬਾਈ ਹੈ ਇਧਰ ਦੀ ਸੇਵਾ ਕਰਾਈ ਭਾਈ ਬਹਿਲੋ ਜੀ ਨੇ। ਜਿਹੜੀ ਅਜਾਇਬ ਘਰ ਵਾਲੀ ਬਾਈ ਉਸ ਪਾਸ ਸੇਵਾ ਕਰਾਈ ਹੈ ਬਾਬਾ ਬੁੱਢਾ ਸਾਹਿਬ ਜੀ ਨੇ। ਜਿਹੜੀ ਦਸ਼ਣੀ ਡੋੜੀ ਵਾਲਾ ਪਾਸਾ ਹੈ ਇਸ ਪਾਸੇ ਦੀ ਸੇਵਾ ਕਰਾਈ ਭਾਈ ਸਾਲੋ ਜੀ ਨੇ। ਭਾਈ ਸਾਲੋ ਜੀ ਝਾੜੂ ਮਾਰਦੇ ਸਨ। ਅੱਜ ਤਾਂ ਸਾਨੂੰ ਮਾੜਾ ਜਿਹਾ ਕਿਤੇ ਅਹੁਦਾ ਮਿਲ ਜਾਏ ਨਾ ਤੇ ਅਸੀਂ ਲੋਕਾਂ ਨੂੰ ਰਾਹ ਪਾ ਦਿੰਦੇ। ਸਾਡੇ ਸੇਵਾਦਾਰ ਧੱਕੇ ਮਾਰੀ ਜਾਣ ਵੀ ਸਿੰਘ ਸਾਹਿਬ ਆ ਗਿਆ, ਸਿੰਘ ਸਾਹਿਬ ਕਹਦਾ ਤਾਂ ਭੁਚਾਲ ਹੀ ਆ ਗਿਆ। ਕਿਹੋ ਜਿਹਾ ਸਿੰਘ ਸਾਹਿਬ ਹੈ? ਮੈਨੂੰ ਦਰਦ ਹੈ। ਮੇਰਾ ਭਾਵ ਹੈ ਵੀ ਜੇ ਮੈਂ ਜਜ਼ਬਾਤੀ ਤੇ ਗੁੱਸੇ ਨਾਲ ਨਹੀਂ ਬੋਲਦਾ। ਮੇਰੀ ਡਿਊਟੀ ਗੁਰਬਾਣੀ ਨੂੰ ਬਰੀਕੀ ਨਾਲ ਸਾਂਝਾ ਕਰਨ ਦੀ। ਬਾਣੀ ਕੀ ਧਰ ਤਰਾਜੂ ਤੋਲੀਏ ਨਿਵੇਂ ਸੋ ਗੌਰਾ ਹੋਏ। ਜਿਹੜਾ ਭਾਰਾ ਪਾਸਾ ਹੈ ਇਹ ਨਿਉਣਾ ਚਾਹੀਦਾ, ਜਿਹੜਾ ਹੌਲਾ ਉਹ ਤਾਂ ਹੁੰਦਾ ਹੈ। ਜੇ ਸਾਨੂੰ ਗੁਰੂ ਨੇ ਮਾਣ ਬਖਸ਼ਿਆ ਨਾ ਤੇ ਅਸੀਂ ਯਾਦ ਰੱਖੀਏ ਬਾਬਾ ਬੁੱਢਾ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ ਹੈ, ਲੇਕਿਨ ਗੁਰੂ ਕੇ ਡੰਗਰ ਚਾਰਦਾ ਹੈ। ਬਾਬੇ ਦੀ ਬੀੜ ਹੋਈ ਹੈ ਨਾ, ਗੁਰੂ ਕੇ ਡੰਗਰ ਚਾਰਦਾ ਬਾਬਾ ਬੁੱਢਾ ਸਾਹਿਬ। ਜੇ ਸਾਨੂੰ ਸਤਿਕਾਰ ਮਿਲਿਆ ਨਾ ਤੇ ਸਾਨੂੰ ਜਰਨਾ ਚਾਹੀਦਾ। ਮੈਂ ਪੜ੍ਹਿਆ ਕਿ ਭਾਈ ਪੁਰਾਣਾ ਬਾਬਾ ਬਿਧ ਚੰਦ ਹੋਰ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਮੰਜੇ 'ਤੇ ਬਿਠਾ ਕੇ ਰਾਮਸਰ ਸਾਹਿਬ ਲਿਆਏ। 6ਵੇਂ ਪਾਤਸ਼ਾਹ ਮਹਾਰਾਜ ਉਦੋਂ ਤੂਤ ਸਾਹਿਬ ਵਾਲੀ ਥਾਂ 'ਤੇ ਸਨ। ਇਹ ਕਿਸੇ ਪੜ੍ਹਨਾ ਹੋਵੇ ਤਾਂ ਮਾਨਕੋ 'ਚੋਂ ਪੜ੍ਹ ਲੈਣਾ। 6ਵੇਂ ਪਾਤਸ਼ਾਹ ਨੂੰ ਪਤਾ ਚੱਲਿਆ ਤੇ ਕਾਲੀ ਕਾਲੀ ਆਏ, ਬਾਬੇ ਬੁੱਢੇ ਦੀ ਮੰਜੀ ਨੂੰ ਮੋਢਾ ਦਿੱਤਾ ਤੇ ਬਾਬਾ ਬੁੱਢਾ ਨੇ ਮੰਜੇ ਤੋਂ ਛਾਲ ਮਾਰ ਦਿੱਤੀ। ਤੇ 6ਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਜੀ ਤੁਸੀਂ ਇੰਨੀ ਕਾਹਲੀ ਕੀਤੀ, ਤੁਸੀਂ ਅਰਦਾਸ ਕੀਤੀ ਤੇ ਮੇਰਾ ਪ੍ਰਕਾਸ਼ ਹੋਇਆ, ਤੁਸੀਂ ਸਤਿਕਾਰਯੋਗ ਹੋ। ਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ, ਸਿੱਖ ਦੀ ਜਗ੍ਹਾ ਗੁਰੂ ਦੇ ਚਰਨੇ, ਸਿੱਖ ਦੀ ਜਗ੍ਹਾ ਗੁਰੂ ਦੇ ਮੋਢੇ ਨਹੀਂ। ਅਸੀਂ ਜੇ ਅੰਦਰ ਜਾਂਦੇ ਹਾਂ ਨਾ ਤੇ ਕਿਸੇ ਨੂੰ ਪਤਾ ਨਾ ਲੱਗੇ ਵੀ ਸਿੰਘ ਸਾਹਿਬ ਗ੍ਰੰਥੀ ਜਾ ਰਿਹਾ, ਅਸੀਂ ਧੱਕੇ ਮਾਰਦੇ ਲੋਕਾਂ ਨੂੰ ਵੀ ਸਿੰਘ ਸਾਹਿਬ ਆ ਗਿਆ। ਇਹ ਮੇਰੇ ਖਿਆਲ ਮੁਤਾਬਕ ਹੋ ਸਕਦਾ ਮੈਂ ਗਲਤ ਹੋਵਾਂ, ਪਰ ਇਹ ਗੁਰਮਤ ਨਹੀਂ। ਤਾਣ ਹੁੰਦੇ ਹੋਏ ਨਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੋਂਦਾ ਆਪ ਗਣਾਇਓ ਕੋ ਐਸਾ ਭਗਤ ਸਦਾਏ। ਤਾਣ ਦੇ ਹੁੰਦਿਆਂ ਇਹਦੇ ਨਾਲ ਇੱਕ ਹੋਰ ਗੱਲ ਮੈਨੂੰ ਚੇਤੇ ਆ ਗਈ। ਇੱਕ ਵਜ਼ੀਰ, ਉਹਦਾ ਨਾਮ ਵਜ਼ੀਰ ਖਾਂ ਕਰਕੇ ਲਿਖਿਆ। ਇਹ ਜੋ ਕੋਈ ਬੋਲ ਰਿਹਾ ਮੈਂ ਇਤਿਹਾਸ ਲਿਖਿਆ, ਕੋਲ ਟੋਟ ਕੇ ਕੱਢੇ ਨਹੀਂ, ਇਤਿਹਾਸ ਵਿੱਚ ਅੰਕਿਤ ਹੈ। ਵਜ਼ੀਰ ਖਾਂ ਨੂੰ ਜਲੋਦਰ ਦਾ ਰੋਗ ਹੋ ਗਿਆ, ਪੇਟ 'ਚ ਪਾਣੀ ਭਰ ਗਿਆ, ਸਾਰੀਆਂ ਝਾਕਾਂ ਲੈ ਗਈਆਂ ਤੇ ਆਇਆ ਗੁਰੂ ਘਰ ਤੇ ਆਸ ਕਰਕੇ ਇੱਥੇ ਜਿੱਥੇ ਥੜਾ ਸਾਹਿਬ ਬਣਿਆ ਨਾ ਉਰਲੇ ਪਾਸੇ ਦੁੱਖ ਭਜਨੀ ਬੇਰੀ ਵਾਲੇ ਪਾਸੇ ਤੇ ਗੁਰੂ ਰਾਮਦਾਸ ਪਾਤਸ਼ਾਹ ਲੰਗਰ ਵਾਲੇ ਪਾਸੇ ਤੋਂ ਗੇਟ ਹੈ। ਇਸ ਥਾਂ 'ਤੇ ਵਜ਼ੀਰ ਖਾਂ ਦੇ ਸੇਵਾਦਾਰਾਂ ਨੇ ਉਹਨੂੰ ਲੰਮਿਆਂ ਪਾ ਦਿੱਤਾ, ਮੰਜਾ ਨਹੀਂ। ਬਾਬਾ ਬੁੱਢਾ ਦੇ ਸਿਰ ਦੇ ਉਸ ਮੌਕੇ ਟੋਕਰੀ ਭਰੀ ਸੀ ਮਿੱਟੀ ਦੀ। ਇਹ ਲਿਖਿਆ ਜੇ ਇਤਿਹਾਸ ਤੁਸੀਂ ਪੜ੍ਹ ਲੈਣਾ। ਦਰਬਾਰ ਸਾਹਿਬ ਦਾ ਗ੍ਰੰਥੀ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਵਰ ਦਿੱਤਾ ਸੀ, ਬੁੱਢਿਆ ਮੈਂ ਤੇਥੋਂ ਓਲੇ ਨਾ ਹੋਸਾਂ। ਐਡੀ ਮਹਾਨ ਸ਼ਖਸੀਅਤ ਉਸ ਬਾਬੇ ਬੁੱਢੇ ਨੇ 100 ਸਾਲ ਦੀ ਉਮਰ ਦੇ ਸਿਰ 'ਤੇ ਟੋਕਰੀ ਚੁੱਕੀ ਹੈ। ਤੇ 5ਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਜੀ ਇਹ ਸੇਵਾ ਤੁਹਾਥੋਂ ਲੈਣੀ ਹੈ। ਬਾਬਾ ਬੁੱਢਾ ਸਾਹਿਬ ਨੇ ਭਰੀ ਹੋਈ ਟੋਕਰੀ ਉਹਦੇ ਸਿਰ ਪੇਟ 'ਤੇ ਮਾਰੀ, ਪਾਣੀ ਨਿਕਲ ਗਿਆ ਔਰ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਮੁੜ ਕੇ ਭਾਈ ਭਾਗੂ ਨਾਮ ਦੇ ਸਿੱਖ ਨੂੰ ਉਹ ਨਾਲ ਲੈ ਕੇ ਗਿਆ ਤੇ ਜੀਵਨ ਪਰਜੰਤ ਤੋਂ ਸੁਖਮਨੀ ਸਾਹਿਬ ਦਾ ਪਾਠ ਸੁਣਦਾ ਰਿਹਾ ਮੁਸਲਮਾਨ ਵਜ਼ੀਰ ਖਾਂ। ਇਹ ਵਿੱਚੋਂ ਸੁਭਾਵਿਕ ਗੱਲ ਆ ਗਈ। ਉਹ ਮੱਧ ਪ੍ਰਦੇਸ਼ ਵਾਲਾ ਰਾਜਾ ਜਿਹੜਾ ਨਾ ਉਹਦੇ ਘਰ ਸੰਤਾਨ ਨਹੀਂ, ਉਹ ਬੱਚੇ ਨੂੰ ਲੈ ਕੇ ਆਇਆ ਤੇ ਭਾਈ ਸਾਲੋ ਜੀ ਕਾਲੇ ਕੱਪੜੇ ਪਾਉਂਦੇ ਸਨ ਆਮ ਕਰਕੇ, ਤਾਂ ਕਿ ਚਿੱਟੇ ਜਿਹੜੇ ਨੇ ਇਹ ਦੂਰੋਂ ਪਤਾ ਲੱਗਦਾ ਵੀ ਲਿਬੜੇ ਨੇ, ਮੈਲੇ ਨੇ, ਤੇ ਉਹ ਸੇਵਾਦਾਰ ਸਨ। ਉਸ ਮਾਸੂਮ ਬੱਚੇ ਨੇ ਭਾਈ ਸਾਲੋ ਦੇ ਝਾੜੂ 'ਤੇ ਪੈਰ ਰੱਖਿਆ, ਟਿਕ ਗਿਆ ਬੱਚੇ ਦਾ। ਤੇ ਭਾਈ ਸਾਲੋ ਜੀ ਕਹਿਣ ਲੱਗੇ ਗੁੱਡੀਏ ਧੀਏ ਰਾਣੀਏ ਇਹ ਗੁਰੂ ਰਾਮਦਾਸ ਦੀ ਸੇਵਾ ਦਾ ਝਾੜੂ ਧੀਏ ਪੈਰ ਨਹੀਂ ਰੱਖੀਦਾ। ਜਦੋਂ ਉਹ ਤੰਬੂ 'ਚ ਗਈ ਰਾਣੀ ਇੱਕਦਮ ਹੈਰਾਨ ਹੋ ਗਈ ਤੇ ਰਾਜੇ ਨੂੰ ਕਹਿਣ ਲੱਗੀ ਕੀ ਭਾਣਾ ਵਰਤਿਆ, ਆਪਾਂ ਪੁੱਤ ਲੈ ਕੇ ਅਸਾਂ ਧੀ ਬਣ ਗਈ। ਇਹ ਤੁਸੀਂ ਭਾਈ ਸਾਲੋ ਦੇ ਜੀਵਨ 'ਚੋਂ ਪੜ੍ਹ ਲੈਣਾ, ਕਿਉਂਕਿ ਮੈਂ ਹਰ ਸਾਲ ਉੱਥੇ ਕਥਾ ਕਰਦਾ ਰਿਹਾ, ਮੈਨੂੰ ਤਾਂ ਪਤਾ ਮੈਂ ਉੱਥੋਂ ਪੜ੍ਹਿਆ। ਉਹਨਾਂ ਨੇ ਆਣ ਕੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ। ਰਾਜਾ ਤਾਂ ਬੜਾ ਘਬਰਾ ਗਿਆ ਵੀ ਇਹ ਕੀ ਬਣ ਗਿਆ। ਕਹਿਣ ਲੱਗਾ ਪਾਤਸ਼ਾਹ ਬੜੀ ਹੈਰਾਨੀ ਦੀ ਗੱਲ, ਅਸੀਂ ਤਾਂ ਪੁੱਤ ਨੂੰ ਮੱਥਾ ਟਿਕਾਉਣ ਵਾਸਤੇ ਐਸਾ ਆਹ ਭਾਣਾ ਵਰਤ ਗਿਆ। ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਕਿਸੇ ਗੁਰਮੁਖ ਨੂੰ ਕੋਈ ਭਜਨ ਤਾਂ ਨਹੀਂ ਕੀਤਾ। ਕਹਿੰਦੇ ਜੋ ਕਾਲੇ ਜਿਹੇ ਕੱਪੜਿਆਂ ਵਾਲਾ ਬਾਬਾ ਜਿਹੜਾ ਝਾੜੂ ਮਾਰਦਾ ਉਹਨੇ ਆਖਿਆ ਸੀ ਗੁੱਡੀ। ਤੇ ਕਹਿਣ ਲੱਗੇ ਗੁਰਮੁਖੋ ਕੋਈ ਗੱਲ ਨਹੀਂ, ਉਹਦੇ ਬਚਨ ਹੀ ਚੱਲਣਗੇ।
ਤੁਸੀਂ ਇਹਨੂੰ ਕਾਕਿਆਂ ਵਾਲੇ ਕੱਪੜੇ ਪਵਾਓ ਤੇ ਭੜ ਕੇ ਜਾਣ ਕੇ ਉਹਦੇ ਝਾੜੂ ਤੇ ਪੈਰ ਰਖਾ ਦਿਆ ਜੇ, ਜਾਣ ਕੇ। ਗੁਰੂ ਪਾਤਸ਼ਾਹ ਨੇ ਜੁਗਤੀ ਦੱਸੀ। ਉਸੇ ਤਰ੍ਹਾਂ ਉਸ ਬੱਚੀ ਨੂੰ ਕਾਕਿਆਂ ਵਾਲੇ ਕੱਪੜੇ ਪਵਾਏ ਤੇ ਕਹਿਣ ਲੱਗਾ, ਭਾਈ ਸਾਲੋ ਪੁੱਤਰਾ, ਇਹ ਗੁਰੂ ਰਾਮਦਾਸ ਦੇ ਦਰ ਦਾ ਝਾੜੂ ਤੇ ਪੈਰ ਨਹੀਂ ਰੱਖੀਦਾ। ਤੇ ਹੋਇਆ ਕਿ ਕਾਕੀ ਤੋਂ ਕਾਕਾ ਬਣ ਗਿਆ। ਗਿਆਨੀ ਜੀ ਮਾफ़ ਕਰਨਾ, ਤੁਸੀਂ ਬੁੱਢੇ ਹੋਣ ਕਰਕੇ ਤੁਹਾਡਾ ਸਤਿਕਾਰ ਕਰਦੇ ਆ ਕਿ ਤੁਸੀਂ ਪੁਰਾਣੇ ਕਥਾ ਵਾਚਕ ਹੋ, ਪਰ ਗੁਰੂ ਕੀ ਝੂਰੀ 'ਚ ਨਾ ਕੁਫਰ ਨਾ ਤੋਲਿਆ ਕਰੋ। ਇਹ ਤੁਸੀਂ ਮੈਨੂੰ ਕਹਿ ਸਕਦੇ ਹੋ ਕਿ ਗਿਆਨੀ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ, ਪਰ ਕਮ ਸੋ ਕਮ ਗੁਰੂ ਦਾ ਭੈ ਰੱਖੋ। ਇੰਨਾ ਕੁਫਰ, ਇੰਨਾ ਝੂਠ। ਇਹ ਕਦੇ ਕੁੜੀ ਦਾ ਮੁੰਡਾ ਬਣਿਆ? ਮੁੰਡੇ ਦੀ ਕੁੜੀ ਬਣ ਜਾਏਗੀ। ਉਹ ਗੁਰਮੁਖੋ ਮੇਰੀ ਕੀ ਤਕਾਤ ਹੈ? ਗੁਰੂ ਕੀ ਬਾਣੀ 'ਚ ਲਿਖਿਆ, ਜੇ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ। ਇਹ ਬਾਣੀ ਦੀ ਪੰਕਤੀ, ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ। ਖਾਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ। ਉਹ ਭਾਈ ਸਾਲੋ ਜਦੋਂ ਸੇਵਾ ਕਰਾਇਆ, ਇੱਟਾਂ ਦਾ ਮਾਫ਼ ਕਰਨਾ, ਪਾਥੀਆਂ ਤਾਂ ਚਾਹੀਦੀਆਂ ਸੀ, ਹੁਣ ਤਾਂ ਕੋਲੇ ਨਹੀਂ ਹੁੰਦੇ। ਭਾਈ ਸਾਲੋ ਪੰਡੋਰੀ ਬੜੈਚ ਪਿੰਡ ਹੈ ਬਾਈਪਾਸ 'ਤੇ। ਪਿੰਡਾਂ 'ਚੋਂ ਪਾਥੀਆਂ ਗਰਾ ਕੇ ਲਿਆਉਂਦਾ ਤੇ ਕੀ ਕਹਿੰਦਾ, ਬੀਬੀ ਇੱਕ ਪਾਥੀਆਂ ਦਾ ਟੋਕਰਾ ਤੇ ਇੱਕ ਕਾਕਾ, ਇੱਕ ਬੱਚਾ ਮਿਲੇਗਾ, ਪੁੱਤ। ਮਹਾਂਪੁਰਸ਼ਾਂ ਦਾ ਮੂਡ ਬਣਿਆ। ਪੰਡੋਰੀ ਬੜੈਚ ਗਏ ਤੇ ਕਹਿੰਦੇ, ਬੀਬੀ ਅੱਗੇ ਇੱਕ ਟੋਕਰੀ ਤੇ ਇੱਕ ਪੁੱਤ, ਅੱਜ ਇੱਕ ਪਾਥੀ ਤੇ ਇੱਕ ਪੁੱਤ, ਇੱਕ ਪਾਥੀ ਤੇ ਇੱਕ ਪੁੱਤ। ਗੁਰੂ ਰਾਮਦਾਸ ਪਾਤਸ਼ਾਹ ਨੂੰ ਪਤਾ ਚੱਲਿਆ। ਕਹਿਣ ਲੱਗੇ, ਭਾਈ ਸਾਲੂ ਤੂੰ ਸਿਆਣਾ ਗੁਰਮੁਖਾ, ਰੱਬ ਤੇਰਾ ਭਲਾ ਕਰੇ। ਪੁੱਤ ਇੰਨੇ ਸਸਤੇ ਲਾ ਦਿੱਤੇ ਹੀ, ਧੰਨ ਗੁਰੂ ਤੇ ਧੰਨ ਗੁਰੂ ਕੇ ਸਿੱਖ। ਭਾਈ ਸਾਲੂ ਕਹਿਣ ਲੱਗਾ, ਪਾਤਸ਼ਾਹ ਮੇਰੀ ਕੋਲ ਤਾਕਤ ਕਿੱਥੇ? ਖੀਸਾ ਤੇਰਾ, ਹੱਥ ਮੇਰਾ, ਮੈਂ ਤਾਂ ਦੇਣਾ, ਮੈਨੂੰ ਪਤਾ ਤੇਰੀ ਜੇਬ 'ਚੋਂ ਮੁੱਕਣੇ ਨਹੀਂ। ਮੈਂ ਤਾਂ ਦਿੰਦਾ ਹੀ, ਤੇਰੀ ਜੇਬ 'ਚੋਂ ਮੁੱਕਣੇ ਨਹੀਂ, ਤੇ ਜੇ ਮੁੱਕ ਜਾਣ ਤੇ ਮੈਂ ਬੰਦ ਕਰ ਦਿਆਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਗਲਵਕੜੀ ਪਾਰੀ ਭਾਈ ਸਾਲੋ ਨੂੰ। ਇਹ ਜੇ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਵਡਿਆਈਆਂ। ਜਿਹੜਾ ਗੁਰੂ ਘਰ ਵਿੱਚ ਝਾੜੂ ਮਾਰਦਾ ਨਾ, ਉਹਦੇ ਬੋਲ ਪੂਰੇ ਹੋ ਜਾਂਦੇ ਨੇ। ਉਹਦੀ ਇੱਕ ਪਾਥੀ ਤੋਂ ਗੁਰੂ ਰਾਮਦਾਸ ਉਹਨੂੰ ਪੁੱਤ ਦੀ ਦਾਤ ਦੇ ਦਿੰਦਾ ਹੈ। ਇਹ ਗੱਲ ਕਹਿ ਕੇ ਸਮਾਪਤੀ। ਇੱਕ ਭਾਈ ਕੰਦਰ, ਜਿਹੜਾ ਭਾਈ ਅਦਲੀ ਹੋਇਆ ਨਾ, ਜਿਹਨੇ ਬਾਬੇ ਬਿਧੀ ਚੰਦ ਨੂੰ ਇਸ ਪਾਸੇ ਲਾਇਆ, ਉਹ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਕੋਲ ਉਹਨੇ ਗੁਰਮਤਿ ਦੀ ਦੀਖਿਆ ਲਈ ਸੀ। ਭਾਈ ਅਦਲੀ ਨੇ, ਜਿਹੜਾ ਚੋਲੇ ਵਾਲਾ, ਜਿਹਦੇ ਕੋਲ ਬਾਬਾ ਬਿਧੀ ਚੰਦ ਜੀ ਗਏ, ਤੇ ਆਪਾਂ ਸਾਰੀ ਪ੍ਰਸੰਗ ਪੜ੍ਹਦੇ ਹਾਂ ਵੀ ਕਾਲੀਆਂ ਬੂਰੀਆਂ ਹੋ ਗਈਆਂ, ਬੂਰੀਆਂ ਕਾਲੀਆਂ ਹੋ ਗਈਆਂ, ਬੜਾ ਕੁਝ ਪੜ੍ਹਦੇ ਹਾਂ। ਇਹ ਭਾਈ ਅਦਲੀ, ਭਾਈ ਕੰਦਰੂ, ਇਹ ਗੁਰਮੁਖ ਪਿਆਰੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਸਿੱਖ ਸਨ। ਇਹ ਕਹਿਣ ਲੱਗੇ, ਪਾਤਸ਼ਾਹ ਇਹ ਗੱਲ ਬਣੇਗੀ ਕਿਵੇਂ? ਗੁਰੂ ਰਾਮਦਾਸ ਨੇ ਇੱਕ ਬੜਾ ਸਾਦਾ ਜਿਹਾ ਦ੍ਰਿਸ਼ਟਾਂਤ ਦਿੱਤਾ ਜੀ, ਪੱਲੇ ਬੰਨੀ। ਮੇਰਾ ਖਿਆਲ ਹੈ ਵੀ ਇਹ ਆਪਣੇ ਵਾਸਤੇ ਸਫੀਸ਼ੈਂਟ ਹੈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵੀ ਜਿਵੇਂ ਘੋੜਾ ਹੈ ਨਾ, ਤੇ ਘੋੜੇ ਦਾ ਮਾਲਕ ਉਹਨੂੰ ਮਸਾਲਾ ਦਿੰਦਾ, ਤੇ ਘੋੜਾ ਮਸਾਲਾ ਲੰਘਾ ਕੇ ਰਾਜੀ ਨਹੀਂ। ਘੋੜਾ ਮਸਾਲਾ ਬਾਹਰ ਕੱਢਦਾ, ਪਰ ਜਿਹੜਾ ਮਾਲਕ ਹੈ ਨਾ, ਉਹ ਮਸਾਲਾ ਦੇਣੋਂ ਹਟਦਾ ਨਹੀਂ। ਹੌਲੀ ਹੌਲੀ ਜਦੋਂ ਘੋੜਾ ਮੂੰਹ ਢਿੱਲਾ ਕਰ ਦਿੰਦਾ ਤੇ ਮਸਾਲਾ ਅੰਦਰ ਚਲੇ ਜਾਂਦਾ, ਤੇ ਉਹਦੇ ਅੰਦਰੋਂ ਜਿਹੜੀ ਉਹ ਮੈਲ ਹੁੰਦੀ, ਉਹ ਝੱਗ ਬਣ ਕੇ, ਬਲਾਲਾਂ ਬਣ ਕੇ ਵਗ ਜਾਂਦੀ, ਤੇ ਘੋੜਾ ਤੰਦਰੁਸਤ ਹੋ ਜਾਂਦਾ। ਇਸੇ ਤਰ੍ਹਾਂ ਗੁਰੂ ਕੇ ਸਿੱਖੋ, ਸਾਡਾ ਮਨ ਘੋੜੇ ਵਰਗਾ ਹੈ। ਇਹਨੂੰ ਗੁਰਬਾਣੀ ਰੂਪੀ ਮਸਾਲਾ ਦਿਓ, ਇਹਨੇ ਅੰਦਰ ਨਹੀਂ ਜੇ ਲੰਘਣ ਦੇਣਾ। ਇਹ ਮਨ ਰੂਪੀ ਘੋੜੇ ਨੇ, ਗੁਰਬਾਣੀ ਰੂਪੀ ਮਸਾਲਾ ਨਹੀਂ ਜੇ ਲੰਘਣ ਦੇਣਾ। ਜਦੋਂ ਦਿੱਤੀ ਚਲੋਗੇ, ਆਖਰਕਾਰ ਕਦੇ ਨਾ ਕਦੇ ਢਿੱਲਾ ਹੋਵੇਗਾ। ਜਦੋਂ ਗੁਰਬਾਣੀ ਇਹਦੇ ਅੰਦਰ ਵੱਜ ਗਈ, ਇਹਦੇ 'ਚੋਂ ਵਿਕਾਰਾਂ ਅਤੇ ਔਗੁਣਾਂ ਰੂਪੀ ਪਾਣੀ ਬਾਹਰ ਹੋ ਜਾਏਗਾ, ਅਤੇ ਇਹ ਤੰਦਰੁਸਤ ਹੋ ਜਾਏਗਾ। ਇੱਕ ਤਾਂ ਮਹਾਰਾਜ ਨੇ ਇਹ ਦ੍ਰਿਸ਼ਟਾਂਤ ਦਿੱਤਾ, ਅਤੇ ਦੂਜਾ ਉਹਦੇ ਨਾਲ ਹੀ ਕਹਿਣ ਲੱਗੇ ਵੀ ਜਿਵੇਂ ਕਿਸੇ ਦਾ ਮਾਲਕ ਦਾ ਘੋੜਾ ਉਹਦੇ ਬੂਹੇ ਅੱਗੇ ਬੱਧਾ ਨਾ, ਅਤੇ ਉਹਨੂੰ ਪਤਾ ਵੀ ਉਹਨੂੰ ਪੱਠੇ ਪਾਉਣੇ ਨੇ, ਉਹਨੂੰ ਪਾਣੀ ਪਿਉਣਾ। ਤੁਸੀਂ ਇਸੇ ਤਰ੍ਹਾਂ ਗੁਰੂ ਦੇ ਦਰ 'ਤੇ ਖਲੋਤੇ ਰਹੋ, ਅਤੇ ਗੁਰੂ ਰਾਮਦਾਸ ਤੁਹਾਡੀਆਂ ਤਮਾਮ ਲੋੜਾਂ ਦੀ ਪੂਰਤੀ ਕਰੇਗਾ। ਇਹ ਗੁਰੂ ਬਾਬਾ ਸਾਡੇ 'ਤੇ ਦਇਆ ਕਰੇ। ਅਸੀਂ ਸਤਿਗੁਰੂ ਪਾਤਸ਼ਾਹ 'ਤੇ ਵਿਸ਼ਵਾਸ ਕਰੀਏ। ਮੈਂ ਕਿਤੇ ਅੱਜ ਸਮਾਗਮ ਸੀ, ਗੁਰਮੁਖ ਪਿਆਰੇ ਗੱਲਾਂ ਕਰ ਰਹੇ ਸਨ ਬਾਹਰ ਜਾਣ ਦੀਆਂ, ਕੋਈ ਅਮਰੀਕਾ ਅਤੇ ਕੈਨੇਡਾ ਦੀਆਂ। ਮੈਂ ਕਿਹਾ, ਗੁਰਮੁਖੋ ਕਿਤੇ ਚਲੇ ਜਾਓ, ਲੇਕਿਨ ਤੁਹਾਨੂੰ ਇਹ ਜਗ੍ਹਾ ਨਹੀਂ ਮਿਲਣੀ ਜਿੱਥੇ ਸਭੇ ਥਾਵ ਨਹੀਂ ਤੁਧਿਆ।
बड़े बड़िया 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 कोठियाँ बड़ा बड़ा माल मिलेगा, लेकिन ਇਹੋ जी जगह नहीं जे मिलनी जिथे जिठे सबे थाव नहीं तुद जिया, जिथे आन के रब ने टोकरी ढोई वो जगह आपां नूं नहीं मिलनी। आपां भागां नाल जिथे साडा जन्म होया ना इहदी कदर करिए, आपां गुरु रामदास पातशाह तो रहमतां प्राप्त करके अपने जीवन नूं सफला करिए। गुरु रामदास पातशाह दा कोटान कोटान धन्नवाद। मैं इक्को एक बेनती रोजाना गुरु ग्रंथ सच्चे पातशाह के करना, तुहानूं बेनती करा, गुरु ग्रंथ सच्चे पातशाह नूं बेनती करदी, पातशाह सीस तेरी मानता है, ये केवल ते केवल तेरे चरना अगे ढुगे ते जदों ये प्राण मुक्कण चरना च थां दी, क्योंकि विण तुद होर जे मंगना सिर दुखां के दुख। गुरु ग्रंथ सच्चे पातशाह दा, गुरु क्या संगतां दा बहुत बहुत धन्नवाद। भुल्लां चुक्कां दी माफ़ी। ये हुंदा कहंदे डबल 2 in 1 कथा वाला एक दे सरोपे 2 2। तुहाडा बहुत बहुत धन्नवाद। वाहिगुरू जी का खालसा, वाहिगुरू जी की फतेह।